जय गुरुदेव। वेलकम अगेन। ਅੱਜ ਦੇ ਪ੍ਰੋਗਰਾਮ ਜੋ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਤੁਹਾਡੇ ਕੋਲ ਲੈ ਕੇ ਆ ਰਿਹਾ ਤਾਂ ਜੋ ਸਿਰਫ ਪ੍ਰੋਗਰਾਮ ਹੈ ਸਿਰਫ ਕਿ ਸਿਰਫ ਗੁਰੂ ਰਵਿਦਾਸ ਜੀ ਤੇ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਐਂਡ ਗੁਰੂ ਰਵਿਦਾਸ ਦੇ ਜੋ ਫੋਲੋਅਰਸ ਆ ਉਹਨਾਂ ਦੇ ਬਾਰੇ। ਅੱਜ ਸਾਡੇ ਕੋਲ ਆਏ ਹੈ ਮਿਸਟਰ ਰਾਮ ਪ੍ਰਕਾਸ਼ ਸਿੰਘ ਜੋ ਰਿਟਾਇਰਡ ਅਸਿਸਟੈਂਟ ਡਾਇਰੈਕਟਰ of industry ਸੀ in India, also MA LLB, and ਤੁਸੀਂ ਪਹਿਲੇ ਵੀ ਉਹਨਾਂ ਨੂੰ ਮਿਲ ਚੁੱਕੇ ਆ। ਉਹਨਾਂ ਦੀ ਉਮਰ ਵੀ 82 years ਆ ਤਾਂ ਸਾਡੇ ਸਿਆਣੇ ਆ, ਉਹਨਾਂ ਕੋਲ ਕਾਫੀ ਨੌਲੇਜ ਹੈ ਜੋ ਸਾਨੂੰ ਅੱਜ ਦੱਸੋਗੇ। ਉਹਨਾਂ ਦੇ ਨਾਲ ਨਾਲ ਸਾਡੇ ਨਾਲ ਬੈਠੇ ਆ ਗਗਨਦੀਪ ਨਾਲ ਜੋ ਫ੍ਰੀਲਾਂਸ ਜਰਨਲਿਸਟ ਹੈ ਐਂਡ ਇੰਡੀਆ ਤੋਂ ਵੀ ਆ, ਸਟੱਡੀ ਕੀਤੀ ਆ ਔਰ ਇੱਥੇ ਕੰਮ ਵੀ ਕੀਤਾ ਜਰਨਲਿਜ਼ਮ ਦਾ। ਤਾਂ ਪਹਿਲੇ ਅਸੀਂ ਸ਼ੁਰੂ ਕਰਦੇ ਆ ਕਿ ਅੰਕਲ ਜੀ ਰਾਮ ਪ੍ਰਕਾਸ਼ ਸਿੰਘ ਕੋਲੋਂ ਤਾਂ ਜੋ ਪਿਛਲੀ ਵਾਰੀ ਗੱਲਾਂ ਹੋਈਆਂ ਸੀਗੀਆਂ ਪਹਿਲੇ ਜੋ ਆਏ ਸੀਗੇ ਉਹਨਾਂ ਨੂੰ ਕੁਛ ਕਿਹਾ ਸੀਗਾ ਉਹਨਾਂ ਨੂੰ ਕੰਟੀਨਿਊ ਰੱਖਣ ਨੂੰ ਕਿ ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਤੁਹਾਡੀ ਹਿਸਟਰੀ ਦੇ ਵਿੱਚ ਤੇ ਤੁਹਾਡੀ ਜੋ ਗੁਰੂ ਰਵਿਦਾਸ ਦੇ ਬਾਰੇ ਕੀ ਅੰਡਰਸਟੈਂਡਿੰਗ ਆ। ਪਲੀਜ਼ ਅੰਕਲ ਜੀ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਮੈਂ ਸਾਰੇ ਵਿਊਅਰਸ ਜਿਹੜੇ ਟੀਵੀ ਦੇਖ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਜੈ ਗੁਰੂਦੇਵ ਅਰਜ਼ ਕਰਦਾ। ਮੈਂ ਖੜੇ ਹੋ ਕੇ ਜੈ ਗੁਰੂਦੇਵ ਤੁਹਾਡੇ ਚਰਨਾਂ 'ਚ ਅਰਜ਼ ਕਰਨੀ ਸੀ, ਪਰ ਟੀਵੀ ਵਾਲਿਆਂ ਨੇ ਕੁਛ ਤਾਰਾਂ ਤੂਰਾਂ ਇਸ ਤਰ੍ਹਾਂ ਦੀਆਂ ਬੰਨੀਆਂ ਜਿਹਦੇ ਨਾਲ ਖੜੇ ਹੋਣਾ ਨਹੀਂ, ਸੋ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਜੈ ਗੁਰੂਦੇਵ ਅਰਜ਼ ਕਰਦਾ। ਔਰ ਇਸ ਵਾਸਤੇ ਟੀਵੀ ਜਿਹੜੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਇਹਨਾਂ ਦਾ ਵੀ ਧੰਨਵਾਦ ਕਰਦਾ। ਸੋ ਪਿਛਲੀ ਦਫਾ ਦੇ ਪ੍ਰੋਗਰਾਮ 'ਚ ਜਿੱਥੇ ਕੋਈ ਗੱਲ ਛੱਡੀ ਸੀ ਅਸੀਂ ਉਹ ਵਰਨ ਵਿਵਸਥਾ ਜਿਹੜੀ ਸੀ ਸਾਡੇ ਦੇਸ਼ ਦੀ ਉਹਦੇ ਬਾਰੇ ਜ਼ਿਕਰ ਕਰ ਰਹੇ ਸੀਗੇ ਕਿ ਇਹ ਵਰਨ ਵਿਵਸਥਾ ਜਿਹੜੀ ਮਨੂ ਸਮ੍ਰਿਤੀ ਦੇ ਵਿੱਚ 4 ਵਰਗ ਵੰਡੇ ਅਤੇ ਉਹਨਾਂ ਦੇ ਜ਼ਿੰਮੇ ਜੁਦੀ ਜੁਦੀਆਂ ਡਿਊਟੀਆਂ ਲਾਈਆਂ। ਇਹ ਮੇਰਾ ਖਿਆਲ ਹੈ ਕਿ ਸ਼ਾਇਦ ਜਿਸ ਨੇ ਵੀ ਇਹ ਬਣਾਈ ਸੀ ਮਨੂ ਜੀ ਨੇ ਬਣਾਈ ਜਾਂ ਹੋਰ ਕਿਸੇ ਨੇ ਵੀ ਬਣਾਈ ਉਹਦੇ ਵਿੱਚ ਇੰਨੀ ਉਹਨਾਂ ਦੀ ਇੰਟੈਂਸ਼ਨ ਨਹੀਂ ਸੀ ਕਿ ਜਿੰਨੀ ਵਾਟਰ ਟਾਈਟ ਕੰਪਾਰਟਮੈਂਟ ਬਾਅਦ 'ਚ ਸਖਤ ਕਰ ਦਿੱਤੀ ਗਈ। ਉਹਨਾਂ ਨੇ ਹੋ ਸਕਦਾ ਕਿ ਡਿਊਟੀਜ਼ ਜੁਦੀ ਜੁਦੀਆਂ ਚੰਗੇ ਢੰਗ ਨਾਲ ਪਰਫਾਰਮ ਕਰਨ ਵਾਸਤੇ ਵਿਵਸਥਾ ਬਣਾਈ ਹੋਵੇ, ਲੇਕਿਨ ਬਾਅਦ 'ਚ ਇਹ ਜਿਹੜੀ ਵਿਵਸਥਾ ਸੀ ਇੱਕ ਨਫ਼ਰਤ ਦਾ ਕਾਰਨ ਬਣ ਗਈ। ਇੰਨੀ ਸਖਤੀ ਨਾਲ ਇੰਪਲੀਮੈਂਟ ਕੀਤੀ ਅਤੇ ਆਹਿਸਤਾ ਆਹਿਸਤਾ ਇਹਦੀ ਜਿਹੜੀ ਸਖਤੀ ਸੀ ਇਹ ਸਾਰੇ ਸਮਾਜ 'ਤੇ ਸਾਰੇ ਵਰਗ 'ਤੇ ਸਾਰੇ ਦੇਸ਼ 'ਤੇ ਸਾਰੇ 'ਤੇ ਇਸ ਦਾ ਅਸਰ ਹੋਇਆ ਔਰ ਉਹ ਇਹ ਆਪਾਂ ਸਾਰਿਆਂ ਨੇ ਭੁਗਤਿਆ। ਔਰ ਇਹ ਸਾਰੀਆਂ ਚੀਜ਼ਾਂ ਨੂੰ ਅਨੁਭਵ ਕਰਦਿਆਂ ਹੋਇਆਂ ਇਸ ਦੇਸ਼ ਦੀ ਜਿਹੜੀ ਇਸ ਦੇ ਵਿੱਚ ਮਾਡੀਫਿਕੇਸ਼ਨ ਜਾਂ ਇਸ ਦੇ ਵਿੱਚ ਤਬਦੀਲੀ ਕਰਨੀ ਸੀ ਉਹ ਇਸੇ ਹੀ ਸਮਾਜ ਦੇ ਇੱਕ ਮਹਾਂਪੁਰਸ਼ ਨੂੰ ਡਾਕਟਰ ਅੰਬੇਦਕਰ ਸਾਹਿਬ ਨੂੰ ਸੌਂਪੀ ਗਈ। ਮੈਂ ਉਦੋਂ ਵੀ ਅਰਜ਼ ਕੀਤਾ ਸੀ ਕਿ ਡਾਕਟਰ ਅੰਬੇਦਕਰ ਸਾਹਿਬ ਨੂੰ ਇਹ ਡਿਊਟੀ ਦੇ ਕੇ ਕੋਈ ਅਹਿਸਾਨ ਨਹੀਂ ਸੀ ਕੀਤਾ, ਬਲਕਿ ਇਹਨਾਂ ਨੇ ਸਾਰੇ ਦੁਨੀਆ ਦੇ ਸਾਰੇ ਮੁਲਕਾਂ 'ਚੋਂ ਟਰਾਈ ਕੀਤਾ ਕਿ ਸਾਨੂੰ ਐਸਾ ਵਿਦਵਾਨ ਦਿਓ ਜਿਹੜਾ ਸਾਡਾ ਵਿਧਾਨ ਬਣਾ ਸਕੇ। ਅਤੇ ਉਹ ਇੰਗਲੈਂਡ ਦੇ ਜਿਹੜੇ ਸਿਆਣੇ ਬੰਦੇ ਸੀ ਪ੍ਰੋਫੈਸਰ ਲਾਸਕੀ ਉਹਨਾਂ ਨੇ ਦੱਸਿਆ ਸੀਗਾ ਕਿ ਤੁਹਾਡੇ ਮੁਲਕ ਦੇ ਵਿੱਚ ਸਿਆਣੇ ਬੰਦੇ ਹੈਗੇ ਆ। ਅਤੇ ਕਿਉਂਕਿ ਡਾਕਟਰ ਅੰਬੇਦਕਰ ਸਾਹਿਬ ਇੱਥੋਂ ਪੜ੍ਹ ਕੇ ਗਏ ਸੀ ਇਸ ਕਰਕੇ ਪ੍ਰੋਫੈਸਰ ਲਾਸਕੀ ਜਾਣਦੇ ਸੀ। ਉਹਨਾਂ ਨੇ ਦੱਸਿਆ ਕਿ ਡਾਕਟਰ ਅੰਬੇਦਕਰ ਹੈਗੇ ਨੇ ਅਤੇ ਦੈਨ ਦੇ ਅਗੇਨ ਅਪਰੋਚਡ ਹਿਮ ਔਰ ਫਿਰ ਉਹਨਾਂ ਨੇ ਇਹ ਜਿਹੜਾ ਵਿਧਾਨ ਲਿਖਿਆ ਔਰ ਇਸ ਦੇ ਵਿੱਚ ਜੋ ਪਿਛਲੇ ਸਮੇਂ 'ਚ ਇਹ ਸਮਾਜ ਨਾਲ ਔਰ ਦੇਸ਼ ਦੇ ਸਾਰੇ ਵਰਗਾਂ ਨਾਲ ਇਹ ਜ਼ਿਆਦਤੀਆਂ ਹੋਈਆਂ ਉਸ ਨੂੰ ਰੈਕਟੀਫਾਈ ਕਰਨ ਵਾਸਤੇ ਜਾਂ ਠੀਕ ਕਰਨ ਵਾਸਤੇ ਇਹ ਨਵਾਂ ਵਿਧਾਨ ਲਿਖਿਆ। ਅਤੇ ਇਸ ਵਿਧਾਨ ਦੇ ਵਿੱਚ ਜਿਹੜੇ ਐਜੂਕੇਸ਼ਨਲ ਰਾਈਟ ਟੂ ਪ੍ਰੋਪਰਟੀ, ਰਾਈਟ ਟੂ ਇਕੁਐਲਿਟੀ ਸਾਰੇ ਰਾਈਟ ਦਿੱਤੇ ਗਏ ਜਿੱਥੇ ਕਿ ਇੱਕ ਆਦਮੀ ਦੀ ਪਛਾਣ ਕਾਇਮ ਹੋ ਸਕਦੀ ਹੈ। ਅਦਰਵਾਈਜ਼ ਇਸ ਮੁਲਕ ਦੇ ਵਿੱਚ ਹੀ ਰਹਿੰਦੇ ਹੋਇਆਂ ਇਸ ਮੁਲਕ ਦੇ ਬੰਦਿਆਂ ਨੂੰ ਦੂਸਰੇ ਦੇ ਬਰਾਬਰ ਅਧਿਕਾਰ ਨਹੀਂ ਸੀ ਅਤੇ ਉਸ ਦਾ ਖਮਿਆਜ਼ਾ ਜਿਹੜਾ ਸੀਗਾ ਉਹ ਇਸ ਵਰਗ ਨੇ ਤਾਂ ਭੁਗਤਣਾ ਸੀ। ਯਾਨੀ ਇਸ ਨੂੰ ਰਾਈਟ ਟੂ ਪ੍ਰੋਪਰਟੀ ਨਹੀਂ ਸੀ, ਰਾਈਟ ਟੂ ਐਜੂਕੇਸ਼ਨ ਨਹੀਂ ਸੀ, ਰਾਈਟ ਟੂ ਚੱਲਣ ਦਾ ਨਹੀਂ ਸੀਗਾ ਔਰ ਇਸ ਹੱਦ ਤੱਕ ਨੀਚਤਾ ਦਾ ਜ਼ਿਕਰ ਸੀ ਜਿਹਨੂੰ ਅੱਜ ਬਿਆਨ ਕਰਦਿਆਂ ਸ਼ਰਮ ਆਉਂਦੀ ਆ। ਅਤੇ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਸਾਹਿਤ ਔਰ ਇਤਿਹਾਸ ਹੈਗਾ ਇਹ ਯਾਦ ਰੱਖਣ ਲਈ ਲਿਖਿਆ ਜਾਂਦਾ ਤਾਂ ਕਿ ਦੁਬਾਰਾ ਜਿਹੜਾ ਹੈਗਾ ਉਸ ਜ਼ਲਾਲਤ ਦੇ ਵਿੱਚ ਨਾ ਆਦਮੀ ਦੁਬਾਰਾ ਗਿਰ ਸਕੇ। ਸੋ ਇਸ ਕਰਕੇ ਹੁਣ ਆਪਾਂ ਇਸ ਮਾਹੌਲ ਤੋਂ ਜਿਸ ਪ੍ਰੋਗਰੈਸ ਕਰਦੇ ਜਿਸ ਪੱਧਰ 'ਤੇ ਆ ਗਏ ਹਾਂ
ਹੁਣ ਇੱਕ ਪਲੇਜ਼ੈਂਟ ਮਾਹੌਲ ਦੇ ਵਿੱਚ ਅਸੀਂ ਸੜਕ 'ਤੇ ਜ਼ਮੀਨ 'ਚੋਂ ਨਿਕਲ ਕੇ, ਟੋਏ 'ਚੋਂ ਨਿਕਲ ਕੇ, ਖੂਹ 'ਚੋਂ ਨਿਕਲ ਕੇ ਇੱਕ ਸੜਕ ਦੇ ਲੈਵਲ 'ਤੇ ਆ ਗਏ। ਅਤੇ ਹੁਣ ਅੱਗੇ ਜਿਹੜਾ ਰਸਤਾ ਹੈ ਉਹ ਸਾਨੂੰ ਡਾਕਟਰ ਅੰਬੇਦਕਰ ਨੇ ਔਰ ਦੂਸਰੇ ਜਿੰਨੇ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਸਾਨੂੰ ਦੱਸ ਦਿੱਤਾ ਹੈ ਕਿ ਹੁਣ ਅਸੀਂ ਇਹ ਰਸਤਾ ਹੈਗਾ, ਇਸ 'ਤੇ ਚੱਲਣਾ ਹੈਗਾ। ਅਤੇ ਜਦੋਂ ਇੱਕ ਚੀਜ਼ ਦੀ ਸਾਨੂੰ ਮੰਜ਼ਿਲ ਦਾ ਪਤਾ ਲੱਗ ਜਾਏ ਔਰ ਮੰਜ਼ਿਲ 'ਤੇ ਪਹੁੰਚਣ ਦੇ ਰਸਤੇ ਦਾ ਪਤਾ ਲੱਗ ਜਾਏ ਔਰ ਚੰਗੇ ਮਹਾਂਪੁਰਸ਼ਾਂ ਦੀ ਸਾਡੇ 'ਤੇ ਥਾਪੜਾ ਹੋਵੇ, ਸਾਨੂੰ ਉਹ ਹਲਾਸ਼ੇਰੀ ਉਤਸ਼ਾਹ ਹੋਵੇ ਜਿਨ੍ਹਾਂ ਦਾ ਕਰਕੇ ਅਸੀਂ ਚੱਲ ਸਕਦੇ ਹਾਂ, ਜਿਨ੍ਹਾਂ ਕਰਕੇ ਅਸੀਂ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ, ਅਤੇ ਫਿਰ ਮੰਜ਼ਿਲ 'ਤੇ ਪਹੁੰਚਣਾ ਕੋਈ ਔਖਾ ਨਹੀਂ ਹੈ। ਅੱਛਾ, ਮੰਜ਼ਿਲ 'ਤੇ ਪਹੁੰਚਣਾ ਔਖਾ ਇਸ ਕਰਕੇ ਹੈ ਕਿ ਜਿਹੜੀ ਸਮਾਜ ਵਰਗ ਦੀ ਉੱਨਤੀ ਹੈ ਇਹ ਸਾਡੇ ਸਮੁੱਚੇ ਸਮਾਜ 'ਚ ਨਹੀਂ ਹੋਈ। ਇੱਕ ਦੋ ਸਟੇਟਸ ਥੋੜ੍ਹੇ ਜਿਹੇ ਐਡਵਾਂਸ ਕਰ ਗਈਆਂ, ਬਾਕੀ ਉਹ ਲੋਕ ਜਿਹੜੇ ਇੱਧਰ ਆ ਗਏ ਜਾਂ ਬਾਹਰ ਚਲੇ ਗਏ ਜਿਨ੍ਹਾਂ 'ਚ ਜਾਗਰਤ ਆ ਗਈ ਉਹਨਾਂ ਨੇ ਤਰੱਕੀ ਕਰ ਲਈ। ਲੇਕਿਨ ਹਾਲੇ ਵੀ ਸਾਡੀ ਸਮਾਜ ਡਿਫਰੈਂਟ ਸਟੇਟਸ ਦੇ ਵਿੱਚ, ਮਿਸਾਲ ਦੇ ਤੌਰ 'ਤੇ ਮੈਂ ਇੱਕ TV 'ਤੇ ਜਿਹੜੀ ਇੰਟਰਵਿਊ ਹੋਈ ਸੀਗੀ ਉਹਦਾ ਤੁਹਾਨੂੰ ਇੱਕ ਸੀਨ ਦੱਸ ਰਿਹਾ ਕਿ ਉਹ TV ਇੰਟਰਵਿਊਅਰ ਇੱਕ ਪਿੰਡ 'ਚ ਜਾਂਦੇ ਆ, ਉੜੀਸਾ ਦਾ ਇੱਕ ਪਿੰਡ ਹੈ ਬੈਕਵਰਡ, ਅਤੇ ਉਹ ਇੱਕ ਘਰ 'ਚ ਇੰਟਰਵਿਊ ਲੈ ਕੇ ਇੱਕ ਲੇਡੀ ਨੂੰ ਪੁੱਛਦੇ ਆ कि तुम्हें काम कहाँ मिलता है। वो कहती खेतों में मिलता है। वो कहती कितने पैसे मिलते हैं। तो वो लेडी हैरान होकर पूछती पैसे कैसे, यानी अज तक उसनों पैसा नकद मिलिया ही नहीं, पैसा देखिया ही नहीं उसने। और ये अपने देश की गल हैगी आ। ते वो फिर वो समझाउंदा इंटरव्यूअर, वो उन्होंने कहता कि जो तुम काम करते हो उसकी उजरत। वो कहती नहीं पैसे नहीं मिलते, धान देते हैं, धान। तो वो इंटरव्यू फिर कहता अच्छा कितना चावल देते हैं। वो कहती चावल नहीं, धान। वो कहता धान क्या। वो कहती जिसमें से अभी चावल नहीं निकाले होते वो। अच्छा, वो फिर कहते अच्छा और बता तू, वो तो मिलते हैं, तो फिर उससे कितना गुजारा चलता है। वो कहते हमारा एक दिन का चल जाता है। कहते और, कहते थोड़ा सा बच भी जाता है, वो बनिए को दे देते हैं, उससे कर्जा लिया होता है तो उससे कपड़ा खरीदते हैं। अच्छा, तो फिर वो कहता उन्होंने दोबारा पूछता कि ये जो तुमने धोती पहन रखी है 4-5 गज 4-3 गज की सी, तो ये वो अद्धी उन्हें थले लाई सी, अद्धी ऊपर ढकिया सी। वो कहने कि ये जो धोती तूने लगा रखी है इसके ऐसे और कितनी धोतियाँ तेरे पास। वो बड़ी फिर हैरान होती, कहते और किस मतलब के लिए चाहिए। वो कहता नहीं जब तुम नहाती हो या और करती हो दूसरी जो बदलना होता है। वो कहता नहीं बदलना, इससे मैं नहा लेती हूँ, ये अपने आप ही सूख जाती है। तो मतलब है ये वर्ग हाले भी इस गरीबी रेखा ते चल रहा है। तो जिहड़ा आदमी हाले उसनूं 2 वक्त की रोटी महफूज नहीं गी तो कित्थों बच्चों नूं पढ़ा लेगा, तो कित्थों रोशनी दे विच अगे रस्ते ते चलेगा। बहरहाल इस वर्ग ये गरीब रहिंदियां होइयां भी जदोजहद कर रहा है। और सानूं ये विश्वास है कि ये डॉक्टर अंबेदकर साहब और दूसरे संतां महंतां ने जो सानूं सही रस्ते दसे ने तो उस ते चलदे होए असीं मंजिल ते पहुंच जावांगे। ਹੁਣ दूसरा सवाल पैदा ਹੁੰਦਾ कि मंजिल तक तुसीं किवें पहुंच गए, तो पहुंचे कित्थे तक ਹੁਣ डॉक्टर साहब ये गल जानते सी कि अज वो जमाना नहीं कि जिस वेले असीं हथियार चुक के किसी मुल्क नूं फतेह कर लांगे, राज भाग प्राप्त कर लांगे। उन्हें इस करके ये सौखा काम कर रहे डेमोक्रेटिक सैटअप सैट किया जिस ते असीं सिर्फ वोटां राहीं ही राज ले सकते हैं। और ये साडे देश दे विच कोई आसान नहीं, सारे दुनिया दे विच अजकल डेमोक्रेटिक सैटअप हो गया। सो वोटां नहीं सिंपली तुसीं एक वोट ही पाउणी है, एक पर्ची पाउणी बक्से च। वो कहते हैं कि हुण जमाना इस हद तक बदल गया कि रानी दे पेटों कोई बादशाह नहीं जम्मेगा, ये तुहाडीआं वोटां नाल ही तुहाडा जिहड़ा जम्मिआ पैदा होएगा वो चुनिया जाएगा। फिर असीं कित्थे पहुंच गए हैं। हुण मैं कई दफ़ा असीं मान्यूटली असैस नहीं करते कि जिहड़ी साडी प्रोग्रेस हैगी आ। हुण यूपी इंडिया की सब तो वड्डी स्टेट है। और पुराने जमाने च ये मशहूर हुंदा सी कि जिहड़ा यूपी का चीफ मिनिस्टर होएगा वो सेंटर का प्राइम मिनिस्टर होएगा। नेहरू साहब, शास्त्री साहब, होर जिन्ने भी वड्डे वड्डे प्राइम मिनिस्टर होए आ पहले यूपी चो चीफ मिनिस्टरी तो उत्थे पहुँच गए। अगर जे ओह पैटर्न फॉलो करांगे तो हुण यूपी दे विच भैन मायावती वो रिस्पैक्टेबल लेडी साडे ही वर्ग नाल संबंधित है। और कोई जमाना सी जदों मनु समृति का वेला सी ते उन्हां नूं दरवाजे दे अंदर बरांडे दे अंदर या बर्तन नूं जिहड़ा सी छूना भी मना सीगा। लेकिन अज उसे वर्ग तो
वो मोस्ट रिस्पैक्टेबल लेडी यूपी ਦੀ ਚੀਫ ਮਿਨਿਸਟਰ ਹੈ। ਔਰ ਇਹ ਇੱਕ ਕਦਮ ਜਿਹੜਾ ਸਭ ਤੋਂ ਵੱਡਾ ਸੀਗਾ ਉਹ ਤੁਸੀਂ ਅਚੀਵ ਕਰ ਲਿਆ। ਹੁਣ ਅੱਗੇ ਤਾਂ ਰਸਤਾ ਸੌਖਾ ਹੈਗਾ, ਤੁਸੀਂ ਪ੍ਰੋਗਰੈਸ ਕਰਦਿਆਂ ਸਿਰੇ ਤੱਕ ਪਹੁੰਚ ਜਾਓਗੇ। ਔਰ ਦੂਸਰੀ ਗੱਲ ਜਿਹੜੀ ਮੈਂ ਗੱਲ ਕਰਦਾ ਕਿ ਜਿਹੜੀ ਪ੍ਰੋਗਰੈਸ ਦੀ ਮੰਜ਼ਿਲ ਹੈ ਜਾਂ ਟੀਚਾ ਹੈਗਾ, ਇਹ ਮਹਾਂਪੁਰਸ਼ਾਂ ਨੇ ਮਿਥਿਆ ਹੁੰਦਾ। ਪਿਛਲੀ ਦਫਾ ਵੀ ਮੈਂ ਅਰਜ਼ ਕੀਤਾ ਸੀ ਕਿ ਇੱਕ ਤਾਂ ਪੋਇਟਰੀ ਹੁੰਦੀ ਹੈ, ਜਿਹੜੇ ਮਹਾਂਪੁਰਸ਼ ਮਹਾਂਕਵੀ ਸ਼ਾਇਰ ਲਿਖ ਦਿੰਦੇ ਆ, ਜਿਹਦੇ ਵਿੱਚ ਵਰਡਸਵਰਥ, ਆਪਣਾ ਸ਼ੇਕਸਪੀਅਰ, ਕੀਟਸ, ਬਾਇਰਨ ਐਟਸੈਟਰਾ ਸਾਰੇ ਆ ਗਏ। ਹਿੰਦੁਸਤਾਨ ਦੇ ਵਾਰਿਸ ਸ਼ਾਹ, ਬੁੱਲੇ ਸ਼ਾਹ ਇਹ ਆ ਗਏ। ਪੰਜਾਬੀ ਦੇ ਪੂਰਨ ਸਿੰਘ, ਆਪਣਾ ਭਾਈ ਵੀਰ ਸਿੰਘ ਇਹ ਆ ਗਏ। ਅੱਛਾ, ਇੱਕ ਮਹਾਂਪੁਰਸ਼ਾਂ ਦੀ ਹੁੰਦੀ ਹੈ ਜਿਹੜੀ ਬਾਣੀ ਹੁੰਦੀ ਹੈ, ਉਹ ਬਾਣੀ ਧੁਰ ਦੀ ਬਾਣੀ ਗਿਣੀ ਜਾਂਦੀ ਹੈਗੀ ਹੈ। ਉਹ ਬਿਯੋਂਡ ਮਾਈਂਡ ਦੀ ਗੱਲ ਹੈਗੀ ਆ। ਉਹ ਅਕਾਲ ਪੁਰਖ ਨਾਲ ਇੱਕ ਮਿਕ ਹੋ ਕੇ ਉਹ ਲਿਖਦੇ ਹੈਗੇ ਆ। ਸੋ ਉਹ ਜਿਹੜੀ ਬਾਣੀ ਹੈਗੀ ਉਹਦੇ 'ਚ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ, ਕੋਈ ਸਿਹਾਰੀ ਬਿਹਾਰੀ ਕਾਮਾ ਫੁੱਲ ਸਟਾਪ ਤੱਕ ਨਹੀਂ ਬਦਲਿਆ ਜਾ ਸਕਦਾ। ਉਹ ਅਟਲ ਸੱਚਾਈ 'ਤੇ ਬੇਸਡ ਹੈਗੀ ਆ। ਔਰ ਜੋ ਉਹ ਉਹਨਾਂ ਨੇ ਕਹਿਤਾ ਉਹ ਸੱਚ ਹੁੰਦਾ ਹੈ। ਹੁਣ ਜਿਸ ਤਰ੍ਹਾਂ ਇਹਦੇ ਬਾਰੇ ਬਾਬੇ ਨਾਨਕ ਨੇ ਅੱਜ ਤੋਂ 500-400 ਸਾਲ ਪਹਿਲੇ ਕਹਿਤਾ ਵੀ ਜਿਨ ਸੇਵਿਆ ਤਿਨ ਪਾਇਆ ਮਾਨ। ਹੁਣ ਇਹ ਯੂਨੀਵਰਸਲ ਟਰੁੱਥ ਹੈ। ਉਹਨਾਂ ਨੇ ਕਿਹਾ ਵੀ ਜਿਸ ਨੇ ਸੇਵਾ ਕੀਤੀ ਹੈ ਉਹਨੂੰ ਮਾਨ ਪ੍ਰਾਪਤ ਹੋਣਾ। ਹੁਣ ਤੁਸੀਂ ਮੈਕਸੀਮਮ ਸੇਵਾ ਕਰ ਲਈ ਸਮਾਜ ਦੀ ਔਰ ਬਿਨਾਂ ਅਵਜਾਨੇ ਤੋਂ ਕੀਤੀ, ਆਪ ਜ਼ਿਲਤ 'ਚ ਰਹਿ ਕੇ ਵੀ ਸੇਵਾ ਕੀਤੀ ਅਤੇ ਉਸਦਾ ਮਾਨ ਮਿਲਣਾ ਅਵੱਛ ਹੈ। ਸੋ ਇਸ ਕਰਕੇ ਇਹ ਹੁਣ ਜਿਹੜਾ ਹੈਗਾ ਇਹ ਮਾਨ ਭਾਵੇਂ ਰਾਜ ਭਾਗ ਦੇ ਵਿੱਚ ਹੈ, ਭਾਵੇਂ ਐਜੂਕੇਸ਼ਨ ਫੀਲਡ 'ਚ ਹੈ, ਭਾਵੇਂ ਕਿਸੇ 'ਚ ਹੈਗਾ, ਇਹ ਤੁਹਾਨੂੰ ਮਿਲਣਾ ਹੀ ਮਿਲਣਾ ਹੈ। ਹੁਣ ਰਾਈਟ ਟੂ ਐਜੂਕੇਸ਼ਨ ਨਹੀਂ ਸੀ ਅਤੇ ਇਹ ਵਰਗ ਵੰਡ ਇੰਨੀ ਤੱਕ ਸਖਤ ਸੀਗੀ ਕਿ ਸਿਰਫ ਐਜੂਕੇਸ਼ਨ ਜਿਹੜਾ ਬ੍ਰਾਹਮਣ ਹੈ ਉਹ ਪੜ੍ਹ ਸਕਦਾ ਹੈ ਔਰ ਪੜ੍ਹਾ ਸਕਦਾ ਹੈ। ਉਸ ਤੋਂ ਅੱਗੇ ਨੀਚੇ ਉਤਰਿਆ ਉਹ ਅਤੇ ਕਸ਼ੱਤਰੀ ਪੜ੍ਹ ਸਕਦਾ ਸੀ, ਪੜ੍ਹਾ ਨਹੀਂ ਸਕਦਾ। ਉਸ ਤੋਂ ਥੱਲੇ ਦੇ ਜਿਹੜੇ ਦੋ ਵਰਗ ਆ ਗਏ ਉਹ ਵਰਜਿਤ ਸੀ। ਉਹ ਨਾ ਐਜੂਕੇਸ਼ਨ ਪੜ੍ਹ ਸਕਦੇ ਸੀਗੇ, ਨਾ ਪੜ੍ਹਾ ਸਕਦੇ ਸੀ। ਔਰ ਉਹ ਜਿਹੜਾ ਵੈਸ਼ ਸੀ ਉਹ ਥੋੜ੍ਹੀ ਜਿਹੀ ਉਹਨੂੰ ਸੁਣ ਸਕਦਾ ਸੀ ਕਿਸਿਓਂ, ਲੇਕਿਨ ਜਿਹੜਾ ਉਸ ਤੋਂ ਥੱਲੇ ਦਾ ਵਰਗ ਸੀ ਸ਼ੂਦਰ, ਉਹ ਤਾਂ ਪੜ੍ਹਨਾ ਪੜ੍ਹਾਉਣਾ ਸੁਣਨਾ ਤੱਕਰ ਵੀ ਵਰਜਿਤ ਸੀ। ਜੇ ਉਹ ਸੁਣ ਲੈਂਦਾ ਸੀ ਗਲਤੀ ਨਾਲ ਅਤੇ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਕਿ ਨਹੀਂ ਚੰਗੀ ਗੱਲ ਕਿਉਂ ਸੁਣ ਲਈ। ਹੈ ਕਿੱਡੀ ਉਲਟੀ ਗੱਲ ਹੈ ਵੀ ਚੰਗੀ ਗੱਲ ਸੁਣਾਂਗੇ ਸਮਾਜ ਦੀ ਉੱਨਤੀ ਹੋਏਗੀ, ਲੇਕਿਨ ਨਹੀਂ, ਸਮਾਜ ਦੀ ਉੱਨਤੀ ਦੀ ਕੋਈ ਕੰਸੀਡਰੇਸ਼ਨ ਨਹੀਂ। ਫਿਰ ਦੂਸਰੀ ਵਰਗ ਵੰਡ ਦੀ ਸਟ੍ਰਿਕਟਨੈਸ ਦੇਖੋ, ਬੜੀ ਅਜੀਬ ਗੱਲਾਂ ਲੱਗਦੀਆਂ ਹੈਗੀਆਂ। ਕੋਈ ਕਹਿੰਦਾ ਢੋਰ ਗਵਾਰ ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ। ਕਿਉਂ ਬਾਈ, ਇਹਨਾਂ ਨੇ ਕੀ ਗਲਤੀ ਕੀਤੀ ਆ? ਇਹ ਤਾਂ ਤੁਹਾਡੀ ਸੇਵਾ ਕਰਦੇ ਹੈਗੇ, ਤਾੜਨ ਕਿਹੜੀ ਗੱਲ ਦਾ? ਅੱਛਾ, ਫਿਰ ਅਸੀਂ ਮੰਨ ਲਿਆ ਵੀ ਚਲੋ ਸਾਡੇ ਨਾਲ ਤਾਂ ਹੋ ਗਈ। ਢੋਰ ਉਹ ਸੇਵਾ ਕਰਦਾ, ਗਊ ਮਾਤਾ ਇੱਕ ਪਾਸੇ ਗਿਣੀ ਜਾਂਦੀ ਆ, ਦੂਜੇ ਪਾਸੇ ਢੋਰ ਦੀ ਕੈਟੇਗਰੀ ਉਹ ਤਾੜਨ ਦੀ ਅਧਿਕਾਰੀ ਆ ਗਈ। ਗਵਾਰ ਜਿਹਨੂੰ ਕੰਮ ਅਕਲ ਹੈ ਉਹ ਰੱਬ ਦੀ ਦਿੱਤੀ ਹੈ, ਕਿਸੇ ਨੂੰ ਥੋੜ੍ਹੀ ਆ ਗਈ, ਕਿਸੇ ਨੂੰ ਜ਼ਿਆਦਾ ਆ ਗਈ, ਇਹਦੇ 'ਚ ਕੀ ਉਹਦਾ ਕੀ ਕਸੂਰ ਹੈਗੀ? ਸ਼ੂਦਰ ਸਮੁੱਚੇ ਤੌਰ 'ਤੇ ਸਾਰਾ ਹੀ ਵਰਗ ਇਹਦੇ ਵਿੱਚ ਆ ਗਿਆ। ਔਰ ਨਾਰੀ ਦਾ ਕੀ ਕਸੂਰ ਹੈ? ਇੱਕ ਬ੍ਰਾਹਮਣ ਦੀ ਇਸਤਰੀ ਵੀ ਜਨੇਊ ਨਹੀਂ ਪਾ ਸਕਦੀ, ਉਹ ਨਹੀਂ ਦੂਸਰੇ ਕਰ ਸਕਦੀ। ਬਈ ਸਾਰੇ ਸਮਾਜ ਦੀ, ਸਾਰੇ ਦੇਸ਼ ਦੀ 50% ਆਬਾਦੀ ਜਿਹੜੀ ਸੀਗੀ ਉਹ ਤਾਂ ਤੁਸੀਂ ਨੇ ਹੱਥੀਂ ਕਰ ਦਿੱਤੀ। ਉਹ ਤੁਹਾਡੇ ਨਾਲ ਤੋਰੀ ਨਹੀਂ ਸਕਦੀ, ਤੁਹਾਨੂੰ ਸੋਚ ਹੀ ਨਹੀਂ ਦੱਸ ਸਕਦੀ, ਕੋਈ ਆਪਣਾ ਸ਼ਰੀਕ ਨਹੀਂ ਹੋ ਸਕਦੀ। ਸੋ ਇਸ ਕਰਕੇ ਸਮਾਜ ਦਾ 50% ਅੰਗ ਤਾਂ ਤੁਸੀਂ ਨਕਾਰਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਬਾਕੀ 25% ਸ਼ੂਦਰ ਹੋਣਗੇ ਉਹ ਨਕਾਰਾ ਕਰ ਦਿੱਤੇ। ਅਤੇ ਫਿਰ ਕੀ ਹੋਇਆ? ਫਿਰ ਜਿਹੜਾ ਵੀ ਬਾਹਰੋਂ ਉੱਠਿਆ ਉਹਨੇ ਸਾਡੇ 'ਤੇ ਹਮਲਾ ਕੀਤਾ ਔਰ ਲੁੱਟ ਕੇ ਲੈ ਗਿਆ। ਹੁਣ ਮਹਿਮੂਦ ਗਜ਼ਨਵੀ ਨੇ ਸਾਡੇ 'ਤੇ 17 ਹਮਲੇ ਕੀਤੇ। 17, 1 2 3 4 5 6 7 8 ਆਦਮੀ 17 ਤੱਕ ਗਿਣਦਿਆਂ ਥੱਕ ਜਾਂਦਾ। ਅਤੇ ਉਹ ਕਿੱਥੋਂ ਉੱਠਿਆ ਸੀ? ਅਫਗਾਨਿਸਤਾਨ ਤੋਂ, ਸਾਡੇ ਗੁਆਂਢ ਤੋਂ। ਔਰ ਉਹ ਮੁਲਕ ਜਿਹੜਾ ਅੱਜ ਤੱਕ ਕੋਈ ਤਰੱਕੀ ਨਹੀਂ ਕਰ ਸਕਿਆ। ਅੱਜ ਉੱਥੇ ਸੜਕਾਂ ਹੈ ਨਹੀਂ, ਅੱਜ ਉੱਥੇ ਸਕੂਲ ਹੈ ਨਹੀਂ। ਉਹ 10-15 ਹਜ਼ਾਰ ਇਕੱਠੇ ਕਰਕੇ 50-100 ਹਜ਼ਾਰ 2,000 10,000 ਘੋੜੇ ਇਕੱਠੇ ਕੀਤੇ ਅਤੇ ਆ ਕੇ ਸਾਡੇ ਸਾਰੇ ਹਿੰਦੁਸਤਾਨ ਨੂੰ ਜਿਹੜਾ ਉਸ ਤੋਂ ਕਈ ਗੁਣਾ ਵੱਡਾ ਸੀ ਔਰ ਕਈ ਗੁਣਾ ਸਿਆਣਾ ਸੀਗਾ, ਉਹਨੂੰ ਲੁੱਟ ਕੇ ਚੱਲਦਾ ਹੋਇਆ। ਔਰ ਉਸਨੇ ਲੁੱਟਿਆ ਇਹ ਨਹੀਂ ਕਿ ਸਿਰਫ ਮੰਦਰਾਂ ਮਸਜਿਦਾਂ ਦੂਸਰਿਆਂ ਨੂੰ ਲੁੱਟਿਆ ਜਾਂ ਪੈਸਾ ਲੁੱਟਿਆ ਜਾਂ ਹੀਰੇ ਜਵਾਹਰਾਤ ਲੁੱਟੇ, ਜਾਣ ਲੱਗੇ ਸਾਡੀਆਂ ਧੀਆਂ ਭੈਣਾਂ ਵੀ ਲੁੱਟ ਦੇ ਮਾਲ 'ਚ ਲੈ ਕੇ ਗਏ।
ਤੇ ਇਹ ਇੱਕ ਆਮ ਕਹਿਣਾ ਹੈਗਾ ਵੀ ਗਜ਼ਨੀ ਦੇ ਵਿੱਚ ਹਿੰਦੁਸਤਾਨ ਦੀਆਂ ਹਿੰਦੂਆਂ ਦੀਆਂ ਇਸਤਰੀਆਂ ਬੀਬੀਆਂ ਟਕੇ ਟਕੇ 'ਚ ਵਿਕੀਆਂ। ਇਹ ਸਾਹਿਤ 'ਚ ਲਿਖਿਆ, ਇਹ ਕੋਈ ਐਸੀ ਗੱਲ ਨਹੀਂ ਜਿਹਨੂੰ ਝੁਟਲਾਈ ਜਾ ਸਕਦੀ ਆ। ਲੇਕਿਨ ਅਸੀਂ ਇਹ ਜਾਣਦੇ ਹਾਂ ਕਿ ਸਾਹਿਤ ਨੂੰ ਚੇਤਾ ਰੱਖਣਾ, ਅਸੀਂ ਫਿਰ ਵੀ ਇਹ ਸ਼ਰਮਿੰਦਗੀ ਨੂੰ ਭੁੱਲਣ ਦਾ ਯਤਨ ਕਰਦੇ ਹਾਂ। ਔਰ ਮਹਿਮੂਦ ਗਜ਼ਨਵੀ ਵੀ 12ਵੀਂ 13ਵੀਂ ਸਦੀ 'ਚ ਹੋਇਆ ਹੂੰ। ਅੱਛਾ, ਲੇਕਿਨ ਅਹਿਮਦ ਸ਼ਾਹ ਅਬਦਾਲੀ ਇਹ 1747 ਦੀ ਗੱਲ ਮੈਂ ਕਰਦਾ। ਕਿੰਨੇ ਸਾਲ ਹੋਏ? 250 ਸਾਲ, ਸਿਰਫ 250 ਸਾਲ। ਔਰ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਲਾਹੌਰ 'ਤੇ ਹਮਲਾ ਕੀਤਾ, ਲਾਹੌਰ ਜਿੱਤ ਲਿਆ, ਉੱਥੋਂ ਫਿਰ ਇਹ ਦਿੱਲੀ ਜਿੱਤਣ ਗਿਆ, ਦਿੱਲੀ ਜਿੱਤ ਲਈ। ਦਿੱਲੀ ਜਿੱਤਣ ਤੋਂ ਬਾਅਦ ਲਾਹੌਰ ਦੀ ਜਿਹੜੀ ਸੂਬੇਦਾਰਨੀ ਸੀ ਮੁਗਲਾਨੀ ਬੇਗਮ, ਉਹ ਉਹਨਾਂ ਦੀ ਭੈਣ ਸੀਗੀ, ਜਿਹੜੇ ਦਿੱਲੀ ਵਾਲੇ ਸੀਗੇ। ਮੁਗਲਾਨੀ ਬੇਗਮ ਖੁਦ ਗਈ ਇਹਦੇ ਨਾਲ ਦਿੱਲੀ, ਤੇ ਉਸਨੇ ਸਾਰੇ ਦੱਸਿਆ ਕਿ ਇਹ ਅਮੀਰਾਂ ਕੋਲ ਆਹ ਮਾਲ ਹੈਗਾ, ਔਰ ਉਸਨੇ ਇੱਕ ਇੱਕ ਚੁਣ ਚੁਣ ਕੇ ਉਹਨਾਂ ਨੂੰ ਲੁੱਟਿਆ। ਔਰ ਲੁੱਟ ਕੇ ਉਹਨੇ ਲੁੱਟ ਦਾ ਮਾਲ 28,000 ਗੱਡਿਆਂ ਤੇ ਲੱਦਿਆ। 28,000 ਗੱਡਿਆਂ ਤੇ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਕਮਾਲ, ਯਾਨੀ ਸਾਰਾ ਹਿੰਦੁਸਤਾਨ ਹੀ ਲੁੱਟ ਲਿਆ ਵਰਚੁਅਲੀ। ਤੇ ਉਹ ਲੁੱਟ ਕੇ ਲਗਿਆ, ਔਰ 28,000 ਗੱਡਿਆਂ ਤੇ ਇਹ ਨਹੀਂ ਸਿਰਫ ਮਾਲ ਹੀ ਲੱਦ ਕੇ ਲਗਿਆ, ਹੀਰੇ ਜਵਾਹਰਾਤ, ਇਹਨਾਂ ਦਾ ਤਖਤ ਤਾਊਸ ਜਾਂ ਜਿਹੜੇ ਹੀਰਾ ਜਵਾਹਰਾਤ ਨਾਲ ਜੜੇ ਸੀ ਉਹ ਵੀ ਲੁੱਟ ਕੇ ਲਗਿਆ। ਔਰ ਪਲੱਸ ਸਾਡੇ ਮੁਲਕ ਦੀਆਂ ਬੀਬੀਆਂ, ਸਾਡੀਆਂ ਧੀਆਂ, ਸਾਡੀਆਂ ਭੈਣਾਂ। ਔਰ ਉਹ ਅੱਜ ਜ਼ਿਕਰ ਕਰਦੇ ਹਾਂ ਸਾਨੂੰ ਸ਼ਰਮ ਆਉਂਦੀ ਹੈ। ਉਹ ਕਿਉਂ ਗਏ, ਕਿਉਂ ਲੁੱਟ ਕੇ ਲੈ ਗਏ, ਕਿਉਂ ਨਾ ਅਸੀਂ ਰੋਕ ਸਕੇ? ਉਹਨਾਂ ਨਾਲ ਅਸੀਂ 100 ਗੁਣਾ ਵੱਡਾ ਦੇਸ਼, 100 ਗੁਣਾ ਵੱਡੀ ਆਬਾਦੀ, ਸਭ ਕੁਛ, ਪੜ੍ਹੇ ਲਿਖੇ ਸਿਆਣੇ ਉੱਪਰਲੇ ਵਰਗ ਸੀ, ਉਹ ਕਿਉਂ ਨਾ ਰੋਕ ਸਕੇ? ਸਿਰਫ ਇਸ ਕਰਕੇ ਕਿ ਉਹਨਾਂ ਨੇ ਅੱਧੇ ਵਰਗ ਨੂੰ ਇਹ ਤੋਂ ਮਹਿਰੂਮ ਕਰ ਦਿੱਤਾ, ਔਰ ਅਸੀਂ ਵਰਜਿਤ ਸੀ, ਅਸੀਂ ਰੋਕਣ ਜੋਗੇ ਸੀਗੇ ਨਹੀਂ, ਯਾਨੀ ਅਸੀਂ ਤਾਂ ਕਿਸੇ ਗਿਣਤੀ 'ਚ ਨਹੀਂ ਗਿਣੇ ਜਾਂਦੇ ਸੀ। ਸੋ ਇਸ ਕਰਕੇ ਇਹ ਦੇਸ਼ ਨੇ ਸਭ ਕੁਛ ਫੇਸ ਕੀਤਾ। ਔਰ 28,000 ਗੱਡੇ ਤੇ ਤੁਸੀਂ ਦੇਖੋ, 2 ਜਨਾਨੀਆਂ, 4 ਬੇਟੀਆਂ ਵੀ ਸਾਡੀਆਂ ਲੱਦੀਆਂ ਗਏ ਹੁਣ। 28,000 ਨੂੰ 4 ਨਾਲ ਜਰਬ ਦੇ ਕੇ, 3 ਨੂੰ ਜਰਬ ਦੇ ਕੇ, ਕੀ ਉਹਦਾ ਉੱਤਰ ਆਏਗਾ? ਕਿੰਨੇ ਹਜ਼ਾਰਾਂ ਲੱਖਾਂ ਦੇ ਵਿੱਚ ਗਈਆਂ, ਹੈ ਨਾ। ਸੋ ਇਸ ਕਰਕੇ ਅਸੀਂ ਇਹ ਸਾਰਾ ਕੁਝ ਸਫ਼ਰ ਕੀਤਾ, ਤੇ ਹੁਣ ਡਾਕਟਰ ਅੰਬੇਦਕਰ ਨੇ ਇਹ ਸਾਰੀਆਂ ਗੱਲਾਂ ਦਾ ਰਿਜ਼ਲਟ ਕੱਢ ਕੇ ਦੇਖਿਆ ਕਿ ਜਿੰਨਾ ਚਿਰ ਦੇਸ਼ ਦੇ ਵਿੱਚ ਸਮਾਨਤਾ ਨਹੀਂ ਆਏਗੀ, ਬਰਾਬਰਤਾ ਨਹੀਂ ਆਏਗੀ, ਇਕੁਐਲਿਟੀ ਨਹੀਂ ਆਏਗੀ, ਇਹ ਦੇਸ਼ ਆਪਣੇ ਪੈਰਾਂ 'ਤੇ ਖੜਾ ਨਹੀਂ ਹੋ ਸਕਦਾ। ਔਰ ਹੁਣ ਅਸੀਂ ਆਪਣੇ ਪੈਰਾਂ 'ਤੇ ਖੜੇ ਹੋ ਗਏ ਹਾਂ। ਤੇ ਹੁਣ ਰਾਈਟ ਟੂ ਐਜੂਕੇਸ਼ਨ ਜਦੋਂ ਦਿੱਤਾ, ਤੇ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਕਿ ਸਾਨੂੰ ਕਿੰਨੀਆਂ ਦਿੱਕਤਾਂ ਨਾਲ ਪੜ੍ਹਨਾ ਪਿਆ ਸੀ। ਇਹ ਸਮਾਜ ਨੇ ਸਾਡੇ 'ਤੇ ਫਿਰ ਵੀ ਬੈਨ ਤਾਂ ਨਹੀਂ ਸੀ ਲਾ ਸਕਦੇ, ਲੇਕਿਨ ਪਾਬੰਦੀਆਂ ਇੰਨੀਆਂ ਸੀਗੀਆਂ, ਲੇਕਿਨ ਫਿਰ ਵੀ ਇਹ ਲੋਕ ਗੁਰਬਤ 'ਚੋਂ ਉੱਠ ਕੇ ਪੜ੍ਹ ਕੇ ਤੇ ਜਿੰਨੀਆਂ ਵੱਡੀਆਂ ਪੋਸਟਾਂ ਸੀ ਉੱਥੇ ਚਲੇ ਗਏ। ਫਿਰ ਇਹਨਾਂ ਨੇ ਕਿਹਾ ਕਿ ਨਹੀਂ, ਇਹ ਸਾਰੇ ਲੋਕ ਜਿਹੜੇ ਆ ਇਹ ਰਿਜ਼ਰਵੇਸ਼ਨ ਦਾ ਕਰਕੇ ਫਾਇਦਾ ਲੈ ਗਏ। ਤੇ ਹੁਣ ਰਿਜ਼ਲਟ ਇਹ ਆ ਗਿਆ ਕਿ ਵਿਦਆਊਟ ਰਿਜ਼ਰਵੇਸ਼ਨ ਜਨਰਲ ਕੈਟੇਗਰੀ ਨਾਲ ਕੰਪੈਰੀਜ਼ਨ ਦੇ ਵਿੱਚ ਵੀ ਇਹ ਲੋਕ ਉੱਪਰ ਆ ਗਏ। ਤੇ ਹੁਣ ਫਿਰ ਇਸ ਨੂੰ ਕਿਵੇਂ ਰੋਕ ਸਕਦੇ ਸੀ? ਯਾਨੀ ਨਫ਼ਰਤ ਦਾ ਐਲੀਮੈਂਟ ਜਿਹੜਾ ਹੈਗਾ ਉਹ ਸਟਿਲ ਐਗਜ਼ਿਸਟ ਕਰਦਾ। ਉਹਨੂੰ ਫਿਰ ਰੋਕਣ ਲਈ ਇਹਨਾਂ ਨੇ ਸਕੂਲ ਜੁਦੇ ਕਰ ਲਏ, ਫਿਰ ਹੋਰ ਜੁਦੇ ਕਰ ਲਏ, ਹਾਇਰ ਐਜੂਕੇਸ਼ਨ ਚੰਗੇ ਢੰਗ ਨਾਲ ਇਹਨਾਂ ਨੂੰ ਦਿੱਤੀ ਜਾਏ। ਇਹ ਜਿਹੜੇ ਨਗਲੈਕਟਡ ਵਰਗ ਦੇ ਲੋਕ ਆ ਸਿਰਫ ਗੌਰਮੈਂਟ ਸਕੂਲਾਂ 'ਚ ਹੀ ਰਹਿ ਜਾਣ। ਸੋ ਇਸ ਕਰਕੇ ਸਾਡੇ ਦਿਮਾਗ 'ਚੋਂ ਉਹ ਨਫ਼ਰਤ ਦਾ ਜਜ਼ਬਾ ਜਿਹੜਾ ਸੀ ਉਹ ਗਿਆ ਨਹੀਂ ਹਾਲੇ। ਸੋ ਇਸ ਕਰਕੇ ਸਾਨੂੰ ਇਹ ਰਿਮੂਵ, ਦੂਸਰੇ ਵਰਗਾਂ ਦੀ ਨਹੀਂ, ਮੈਂ ਆਪਣੇ ਵਰਗ ਦੀ ਵੀ ਗੱਲ ਕਰਦਾ। ਸਾਡੇ ਵੀ ਆਪਸ 'ਚ ਇਹ ਹੋਈ ਹੈ, ਜੇ ਸਾਨੂੰ ਸਹੀ ਸਲਾਹ ਅਗਾਂਹ ਤੁਰਨ ਦੀ ਦਿੰਦਾ ਤੇ ਸਾਡੇ ਹੀ ਲੋਕ ਪਿੱਛੇ ਨੂੰ ਖਿੱਚਣ ਦਾ ਯਤਨ ਕਰਦੇ ਆ, ਜਿਹੜੀ ਕਿ ਗੱਲ ਸਹੀ ਨਹੀਂ ਹੈਗੀ। ਅੱਛਾ, ਬਾਕੀ ਧਰਮ ਜਿਹੜਾ ਹੈਗਾ, ਕੋਈ ਵੀ ਹੈ ਧਰਮ, ਉਹਦਾ ਓਰੀਜਨ ਜਿਹੜਾ ਹੈਗਾ, ਉਹਦਾ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਉਹ ਪ੍ਰੇਮ 'ਤੇ ਆਧਾਰਿਤ ਹੈ। ਭਾਵੇਂ ਉਹ ਧਰਮ ਅੱਜ ਤੋਂ 2,500 ਸਾਲ ਪਹਿਲੇ ਪੈਦਾ ਹੋਇਆ ਜਾਂ 2,000 ਸਾਲ ਪਹਿਲੇ, 2,500 ਸਾਲ ਦੇ ਕਰੀਬ ਤੇ ਬੁੱਧ ਹੋਇਆ। ਬੁੱਧ ਨੇ ਵੀ ਪ੍ਰੇਮ ਦਾ ਪ੍ਰਚਾਰ ਕੀਤਾ, ਜਿਹੜੀ ਜਾਤੀ ਸੀ ਉਹਦੇ ਖਿਲਾਫ ਕੀਤਾ। ਉਸ ਤੋਂ ਬਾਅਦ 2,000 ਸਾਲ ਪਹਿਲੇ ਕ੍ਰਿਸਚੈਨਿਟੀ ਪੈਦਾ ਹੋਈ। ਉਹਨਾਂ ਨੇ, ਯਿਸੂ ਮਸੀਹ ਨੇ ਸਭ ਤੋਂ ਪਹਿਲੇ ਕਿਹਾ ਕਿ ਗਾਡ ਇਜ਼ ਲਵ, ਪਰਮਾਤਮਾ ਕੀ ਹੈ? ਪ੍ਰੇਮ ਹੀ ਆ, ਐਂਡ ਲਵ ਇਜ਼ ਗਾਡ। ਇਸ ਤੋਂ ਇਲਾਵਾ ਕੁਛ ਨਹੀਂ ਆਪਸ 'ਚ। ਫਿਰ ਉਹਨਾਂ ਨੇ ਕਿਹਾ ਲਵ दाई ਨੇਬਰ, ਵੀ ਆਪਣੇ ਪੜੋਸੀ ਨੂੰ ਪਿਆਰ ਕਰੋ। ਭਾਵ ਇੱਕ ਪੜੋਸੀ ਨੂੰ ਪਿਆਰ ਕਰਦਾ, ਪੜੋਸੀ ਨੂੰ ਕਰੇਗਾ। ਇਹ ਯੂਨੀਵਰਸਲ ਪਿਆਰ ਜਿਹੜਾ ਸਮੁੱਚੀ ਸਮਾਜ ਦੇ ਵਿੱਚ ਹੋਏਗਾ। ਫਿਰ ਉਸ ਤੋਂ ਬਾਅਦ ਇਸਲਾਮ ਧਰਮ, ਜਿਹਨੂੰ ਆਪਾਂ ਕ੍ਰਿਟੀਸਾਈਜ਼ ਵੀ ਕਰ ਲੈਂਦੇ ਹਾਂ ਵੀ ਜੀ ਇਹ ਤਲਵਾਰ ਦੇ ਜ਼ੋਰ ਨਾਲ ਫੈਲਿਆ। ਨਹੀਂ, ਇਹ ਤਲਵਾਰ ਬਾਹਰ ਆਈ। ਜਿਹੜਾ ਇਸਲਾਮ ਦਾ ਬੇਸਿਕ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਨੇ ਪ੍ਰਚਾਰ ਕੀਤਾ ਸੀ ਉਹ ਪਿਆਰ ਦਾ ਹੀ ਕੀਤਾ ਸੀ।
ਔਰ ਅਸਲਾਮ ਦਾ ਲਫ਼ਜ਼ੀ ਮੈਨਾ ਸਲਾਮਤ ਤੋਂ ਲਫ਼ਜ਼ ਨਿਕਲਿਆ। ਅਸਲਾਮ ਜਿਹੜਾ ਹੈਗਾ ਸਲਾਮਤ ਤੋਂ। ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਉਹ ਖੈਰੋ ਆਫੀਅਤ ਵੀ ਤੇਰਾ ਕੀ ਹਾਲ ਹੈ, ਸਹੀ ਸਾਲਮ ਹੈ, ਸਲਾਮਤ ਹੈ। ਸਲਾਮਤ ਦਾ ਮਤਲਬ ਹੈ ਤੰਦਰੁਸਤ ਹੈ, ਸਹੀ ਹੈ, ਕਾਇਮ ਹੈਗਾ। ਤੇ ਅਸਲਾਮ ਧਰਮ ਸਲਾਮਤ ਚੋਂ ਨਿਕਲਿਆ ਸੀ ਵੀ ਚੰਗਾ ਸਾਊ ਪੁਣੇ ਦਾ ਲਫ਼ਜ਼ ਹੈਗਾ, ਹੈ ਨਾ। ਉਹ ਵੀ ਪ੍ਰੇਮ ਤੇ ਬੇਸਡ ਸੀ। ਉਸ ਤੋਂ ਬਾਅਦ ਸਿੱਖ ਧਰਮ ਤੇ ਆ ਗਈ ਗੱਲ। ਗੁਰੂ ਨਾਨਕ ਨੇ ਪ੍ਰੇਮ ਦਾ ਪ੍ਰਚਾਰ ਜਿਹੜਾ ਸੀਗਾ ਕਿੱਥੇ ਕਿੱਥੇ ਨਹੀਂ ਗਿਆ। ਲੰਕਾ ਤੱਕ ਗਿਆ, ਮੱਕੇ ਮਦੀਨੇ ਤੱਕ ਗਿਆ, ਔਰ ਜਿੱਥੇ ਜਿੱਥੇ ਪ੍ਰੇਮ ਦਾ ਪ੍ਰਚਾਰ ਕੀਤਾ ਸਾਰਿਆਂ ਨੇ ਐਕਸੈਪਟ ਕੀਤਾ ਉਸ ਨੂੰ, ਸਾਰਿਆਂ ਨੂੰ। ਅੱਛਾ, ਉਸ ਤੋਂ ਬਾਅਦ ਤੁਸੀਂ ਦੂਸਰੇ ਲੈ ਲਓ, ਸ਼ਾਇਰ ਲੈ ਲਓ ਦੂਸਰੇ। हज़रत मोहम्मद इकबाल ने कहा सीगा कि मज़हब नहीं सिखाता आपस में बैर रखना, हिंदी है हम सब हिंदुस्तान हमारा। यानी मज़हब का बेसिक प्रिंसिपल ही प्रेम है। तो जिहड़ा प्रेम दे उल्ट प्रचार करदा ये समझो ट्रू रिलीजन नहीं। लेकिन किसी भी चंगे भाव का अर्थ असीं अपने फायदे के मुताबिक कढ़ लिया। वो एक लाइट वे च वो गल सुणाउंदे हुंदे आ भी यज्ञ करना, योग करना या ते अपने दान करना, ये सारे धर्मां च गिनिया जांदा बहुत चंगा है। ਆਪਾਂ ਗੁਰਦੁਆਰੇ ਮੰਦਰ ਜਾਂਦੇ ਹਾਂ, ਆਪਣੀ ਸ਼ਰਧਾ ਅਨੁਸਾਰ ਚੜਾਵਾ ਚੜਾਉਂਦੇ ਹਾਂ, 5-10 ਪੈਸੇ ਜਾਂ 20-100 ਜਿੰਨਾ ਵੀ ਹੈ, ਸਿਰਫ ਇਸ ਕਰਕੇ ਵੀ ਇਹ ਕਿਸੇ ਲੇਖੇ ਲੱਗੇਗਾ। ਲੇਕਿਨ ਹੁਣ ਜਿਹੜਾ ਸਾਡਾ ਚੜਾਵਾ ਚੜਾਇਆ ਜੇ ਪੁਜਾਰੀ ਖਾ ਜਾਏ ਤੇ ਫਿਰ ਤੇ ਬਈ ਅਰਥ ਨਾ ਲੱਗਿਆ। ਹੁਣ ਇਸੇ ਤਰ੍ਹਾਂ ਉਹ ਗੱਲ ਸੁਣਾਉਂਦੇ ਹੁੰਦੇ ਆ ਬਈ ਉਹ ਕੋਈ ਸੇਠ ਸੀਗਾ ਤੇ ਉਹਨੂੰ ਮਰਨ ਵੇਲੇ ਤਾਂ ਸਾਰਿਆਂ ਨੂੰ ਰੱਬ ਚੇਤੇ ਆਉਂਦਾ, ਜਿਉਂਦੇ ਜੀ ਨਹੀਂ ਆਉਂਦਾ। ਤੇ ਉਹ ਸੇਠ ਨੂੰ ਕਿਹਾ ਵੀ ਮਹਾਰਾਜ ਤੁਹਾਡੇ ਕੋਲ ਧਨ ਦੌਲਤ ਬਹੁਤਾ, ਕੋਈ ਦਾਨ ਕਰ ਜਾਓ। ਤੇ ਉਹਨੇ ਕਿਹਾ ਚਲੋ ਠੀਕ ਆ, ਨੇਕ ਸਲਾਹ ਹੈ। ਉਹਨੇ ਪੰਡਤ ਜੀ ਨੂੰ ਸੱਦਿਆ, ਕਹਿਣ ਲੱਗਾ ਕਿ ਲੈ ਭਾਈ ਆਹ ਤੂੰ 4000 ਜਾਂ 5000 ਲੈ ਜਾ, ਇਹ ਤੂੰ ਦਾਨ ਕਰਨਾ ਹੈ, ਲਿਖ ਲੈ ਇੱਥੇ, ਜ਼ਬਾਨੀ ਨਹੀਂ। ਉਹ ਕਹਿੰਦਾ ਹਾਂਜੀ ਦੱਸੋ। ਕਹਿੰਦਾ ਵੀ ਇਹਦੇ ਚੋਂ ਤੂੰ 1000 ਰੁਪਈਆ ਤੇ ਬਿਰਧ ਆਸ਼ਰਮ ਜਿਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਉੱਥੇ ਰਹਿੰਦੇ ਆ, ਬਿਰਧ ਆਸ਼ਰਮ ਨੂੰ ਦੇ ਦੀ। 1 ਰੁਪਈਆ ਉਹ ਵਿਧਵਾ ਆਸ਼ਰਮ ਨੂੰ ਦੇ ਦੀ ਜਿਹਨਾਂ ਦਾ ਕੋਈ ਵਾਲੀ ਵਾਰਸ ਨਹੀਂ, ਤੇ 1000 ਰੁਪਈਆ ਯਤੀਮ ਆਸ਼ਰਮ ਨੂੰ ਦੇ ਦੀ। ਉਹ ਕਹਿੰਦਾ ਠੀਕ ਹੈ, 7 ਵਚਨ ਜੀ। ਕਹਿੰਦਾ 1000 ਰੁਪਈਆ ਸਕੂਲਾਂ ਵਾਸਤੇ, ਵਿਦਿਆ ਵਾਸਤੇ ਵੀ ਜਨਰਲ ਹੋ ਜਾਏ। ਉਹਨੇ ਕਿਹਾ ਠੀਕ ਹੈ ਜੀ। ਉਹਨੇ ਆਪਣਾ ਉਹ ਲਿਖ ਲਿਆ, 5000 ਰੁਪਈਆ ਲਿਆ ਤੇ ਉਹ ਘਰ ਨੂੰ ਆ ਗਿਆ। ਆਪਣੇ ਘਰ ਵਾਲੀ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਹੋਇਆ। ਉਹਨੇ ਕਿਹਾ ਬਹੁਤ ਨੇਕ ਆਦਮੀ ਸੀਗਾ, ਚਲੋ ਠੀਕ ਹੈ। ਉਹ ਘਰ ਵਾਲੀ ਨੇ ਕੁਛ ਦਿਨਾਂ ਬਾਅਦ ਪੁੱਛਿਆ ਵੀ ਉਹ ਜਿਹੜੇ ਉਹਨਾਂ ਸੇਠ ਜੀ ਨੇ ਦਿੱਤੇ ਸੀ ਦਾਨ, ਉਹ ਦੇ ਆਏ? ਉਹ ਕਹਿੰਦਾ ਹਾਂ ਉਹ ਤਾਂ ਮੈਂ ਦੇ ਆਇਆ ਸੀ। ਉਹ ਕਹਿੰਦੇ ਵੀ ਇੱਥੇ ਤਾਂ ਕੋਈ ਨਹੀਂ ਆਇਆ, ਦਿੱਤਾ ਕਿਹਨੂੰ? ਉਹ ਕਹਿੰਦੇ ਦੇਖ ਉਹਨਾਂ ਨੇ ਬਿਰਧ ਆਸ਼ਰਮ ਨੂੰ ਨਹੀਂ ਸੀ ਕਿਹਾ ਵੀ 1000 ਰੁਪਈਆ ਦੇਣਾ, ਤਾਂ ਤੂੰ ਕਿਤੇ ਆਪਣੇ ਆਪ ਨੂੰ ਜਵਾਨ ਸਮਝਦੀ ਆ? ਤੂੰ ਵੀ ਬੁੜੀ ਹੋ ਗਈ, ਮੈਂ ਵੀ ਬੁੜਾ ਹੋ ਗਿਆ, ਆਪਾਂ ਦੋਨੋਂ ਬਿਰਧ ਹੋ ਗਏ, ਤੇ ਇਸ ਕਰਕੇ 1000 ਰੁਪਏ ਤਾਂ ਮੈਂ ਉਹ ਰੱਖ ਲਿਆ। ਉਹਨੇ ਕਿਹਾ ਅੱਛਾ ਚੱਲ ਠੀਕ ਆ। ਉਹਨੇ ਕਿਹਾ ਫਿਰ ਉਹ ਦੂਸਰਾ ਜਿਹੜਾ ਸੀਗਾ ਯਤੀਮ ਆਸ਼ਰਮ ਨੂੰ ਦੇਣਾ ਸੀਗਾ, ਨਾ ਵਿਧਵਾ ਆਸ਼ਰਮ ਨੂੰ ਦੇਣਾ ਸੀਗਾ। ਉਹ ਕਹਿੰਦਾ ਵਿਧਵਾ ਆਸ਼ਰਮ ਦਾ ਤੂੰ ਸੁਣ। ਕਹਿਣ ਲੱਗਾ ਮੈਂ ਹੁਣ ਉਮਰ ਆਪਣੀ ਕੱਟ ਚੁੱਕਿਆ, ਸਾਲ ਨੂੰ ਨਹੀਂ 2 ਸਾਲ ਨੂੰ ਮਰ ਜਾਣਾ, ਤੂੰ ਵਿਧਵਾ ਹੀ ਹੋ ਜਾਣਾ, ਤੇ ਇਸ ਕਰਕੇ ਉਹ ਮੈਂ ਤੇਰੇ ਖਾਤੇ 'ਚ ਪਾਤਾ ਵਿਧਵਾ ਆਸ਼ਰਮ। ਉਹਨੇ ਕਿਹਾ ਅੱਛਾ ਚੱਲ। ਕਹਿਣ ਲੱਗੇ ਫਿਰ ਯਤੀਮ ਖਾਨੇ ਨੂੰ ਜਿਹੜਾ ਦੇਣਾ ਸੀ, ਉਹ ਕਹਿੰਦਾ ਤੂੰ ਕਿਹੜਾ ਠੇਕਾ ਲਿਖਾਇਆ, ਤੂੰ ਵੀ ਮਰ ਜਾਣਾ ਅਲਟੀਮੇਟਲੀ, ਤੇ ਫਿਰ ਆਪਣਾ ਬਨਵਾਰੀ ਲਾਲ ਯਤੀਮ ਹੀ ਹੋ ਜਾਣਾ, ਤੇ ਇਸ ਕਰਕੇ ਉਹਦੇ ਖਾਤੇ 'ਚ ਰੱਖ ਦਿੱਤਾ। ਉਹ ਕਹਿੰਦੀ ਵੀ ਕਮਾਲ ਕਰਤੀ ਤੂੰ। ਅੱਛਾ ਕਹਿੰਦੀ ਚੱਲ ਇਹ ਵੀ ਮੰਨ ਲਿਆ, ਉਹ ਜਿਹੜਾ ਸਕੂਲਾਂ ਨੂੰ ਵਿਦਿਆ ਨੂੰ ਦੇਣਾ ਸੀਗਾ ਤੇ ਉਹ ਤਾਂ ਦੇ ਆ ਸਕੂਲ ਨੂੰ। ਉਹ ਕੋਈ ਲੈ ਦੱਸ, ਜਿਹੜਾ ਆਪਣਾ ਬਨਵਾਰੀ ਪੜ੍ਹਦਾ ਤੇ ਜਿਹੜੀ ਆਪਣੀ ਊਸ਼ਾ ਪੜ੍ਹਦੀ ਆ, ਤੇ ਇਹ ਦੋਨੋਂ ਵਿਦਿਆ ਹੀ ਪੜ੍ਹਦੇ ਆ, ਤੇ ਇਹ ਜਿਹੜਾ ਸੀਗਾ ਇਹ ਵਿਦਿਆ ਆਸ਼ਰਮ ਦਾ ਇਹਨਾਂ ਨੂੰ ਦੇ ਦਿੱਤਾ। ਸੋ ਮਤਲਬ ਹੈ ਕਿ ਜਿਹੜੇ ਓਰੀਜੀਨੇਟ ਹੁੰਦੇ ਆ ਧਰਮ, ਉਹ ਮਨੋਰਥ ਸਹੀ ਨਾਲ ਹੁੰਦੇ ਆ। ਲੇਕਿਨ ਜਿਹੜੇ ਅਸੀਂ ਬਾਅਦ 'ਚ ਆਉਂਦੇ ਹਾਂ, ਅਸੀਂ ਇੰਟਰਪ੍ਰੀਟੇਸ਼ਨ ਕੱਢ ਕੇ ਹਰ ਇੱਕ ਗੱਲ ਦਾ ਮਹਿਨਾ ਜਿਹੜਾ ਉਲਟ ਕਰ ਲੈਂਦੇ ਹਾਂ। ਸੋ ਇਸ ਕਰਕੇ ਧਰਮ ਨੇ ਸਾਨੂੰ ਸਿਖਾਇਆ ਸੀ ਪ੍ਰੇਮ, ਲੇਕਿਨ ਅਸੀਂ ਧਰਮ ਦੀ ਵਰਸ਼ਨ ਆਪਣੇ ਮੁਤਾਬਕ ਕੱਢ ਲਈ, ਅਸੀਂ ਉਸ ਤੋਂ ਨਫ਼ਰਤ ਦਾ ਭਾਵ ਲੈ ਲਿਆ। ਸੋ ਇਸ ਕਰਕੇ ਨਹੀਂ, ਧਰਮ ਦੇ ਜਿਹੜੇ ਓਰੀਜਨਲ ਮਾਇਨੇ ਹੈਗੇ, ਜਿਹੜੇ ਸਾਨੂੰ ਮਹਾਂਪੁਰਸ਼ਾਂ ਨੇ ਦੱਸੇ ਸੀਗੇ, ਸਾਨੂੰ ਮਹਾਂਪੁਰਸ਼ਾਂ ਦੀ ਬਾਣੀ 'ਤੇ ਸਹੀ ਚੱਲ ਕੇ ਸਹੀ ਅਰਥ ਔਰ ਸਹੀ ਅਪਣਾਉਣਾ ਚਾਹੀਦਾ। ਜੋ ਕੁਛ ਉਹਨਾਂ ਦੇ ਉਪਦੇਸ਼ਕ ਸਾਨੂੰ ਸਹੀ ਮਾਇਨੇ ਦੱਸਦੇ, ਬਾਣੀ ਦਾ ਭਾਵ ਦੱਸਦੇ, ਉਸ ਤੇ ਚੱਲ ਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਚਾਹੀਦਾ। ਹੁਣ ਅਸੀਂ ਚੱਲਦੇ ਆ ਬ੍ਰੇਕ ਨੂੰ, ਬ੍ਰੇਕ ਤੋਂ ਬਾਅਦ ਮਿਲਦੇ। ਜੈ ਗੁਰਦੇਵ। ਜੈ ਗੁਰਦੇਵ। Jai Gurudev. Welcome back.
जो प्रोग्राम एंड जो अंकल जी आर पी सिंह ने पहले गल की सी ਉਹ ਤੋਂ ਅਸੀਂ ਅੱਜ ਕੰਟੀਨਿਊ ਕਰਦੇ ਅੰਕਲ ਜੀ ਪਲੀਜ਼ ਕੰਟੀਨਿਊ ਹਾਂਜੀ ਮੈਂ ਉਹ ਜ਼ਿਕਰ ਕਰ ਰਿਹਾ ਸੀਗਾ ਕਿ ਇਹ ਸਾਰੀਆਂ ਜਿਹੜੀਆਂ ਸਾਡੀਆਂ ਗਲਤੀਆਂ ਸੀਗੀਆਂ ਇਹਨੂੰ ਅਸੀਂ ਰੈਕਟੀਫਾਈ ਕਰਦੇ ਹੁਣ ਜਿਸ ਸਟੇਜ 'ਤੇ ਆ ਗਏ ਹਾਂ ਇਸ ਤੋਂ ਅੱਗੇ ਤੋਰਨ ਦਾ ਯਤਨ ਕਰਨਾ ਔਰ ਦੂਸਰੀ ਇੱਕ ਇੰਪੋਰਟੈਂਟ ਗੱਲ ਇਹਦੇ 'ਚ ਇਹ ਸੀਗੀ ਕਿ ਜਿਸ 50% ਵਰਗ ਨੂੰ ਇਸਤਰੀ ਵਰਗ ਨੂੰ ਇਹਨਾਂ ਨੇ ਡਿਪਰਾਈਵ ਕੀਤਾ ਸੀ ਡਾਕਟਰ ਅੰਬੇਦਕਰ ਦੀ ਸਭ ਤੋਂ ਵੱਡੀ ਦੇਣ ਹੈਗੀ ਕਿ ਉਹਨਾਂ ਨੂੰ ਰਾਈਟ ਟੂ ਪ੍ਰਾਪਰਟੀ ਰਾਈਟ ਟੂ ਐਜੂਕੇਸ਼ਨ ਸਾਰੇ ਦੁਬਾਰਾ ਦਿੱਤੇ ਔਰ ਜਿਸ ਵੇਲੇ ਪਾਰਲੀਮੈਂਟ 'ਚ ਬਿੱਲ ਪਾਸ ਹੋਣਾ ਸੀਗਾ ਉਸ ਵੇਲੇ ਜਿਹੜੀ ਦੂਸਰੀ ਧਿਰ ਸੀ ਇਹਨਾਂ ਨੇ ਇਸਤਰੀ ਵਰਗ ਨੂੰ ਚੁੱਕਿਆ ਕਿ ਤੁਹਾਡੇ ਖਿਲਾਫ ਪ੍ਰਚਾਰ ਕਰ ਰਿਹਾ ਔਰ ਉਹਨਾਂ ਨੇ ਇਸਤਰੀ ਵਰਗ ਨੇ ਦਿੱਲੀ ਦੀ ਮੈਂ ਗੱਲ ਸੁਣਾਉਂਦਾ ਕਿ ਉਹਨਾਂ ਨੇ ਜਲੂਸ ਕੱਢ ਕੇ ਡਾਕਟਰ ਅੰਬੇਦਕਰ ਦੀ ਕੋਠੀ 'ਤੇ ਗਏ ਅੱਛਾ ਉਹਨਾਂ ਨੇ ਉਹਦੇ ਮੁਰਦਾਬਾਦ ਦੇ ਨਾਅਰੇ ਲਏ ਤੇ ਡਾਕਟਰ ਅੰਬੇਦਕਰ ਬਾਹਰ ਆ ਕੇ ਕਹਿਣ ਲੱਗੇ ਵੀ ਬੀਬੀਓ ਵੀ ਤੁਸੀਂ ਬਹੁਤ ਚੰਗਾ ਕੀਤਾ ਵੀ ਜਿਹੜਾ ਤੁਸੀਂ ਆਪ ਚੱਲ ਕੇ ਇੱਥੇ ਆ ਗਈਆਂ ਨਹੀਂ ਤੇ ਮੈਂ ਖੁਦ ਤੁਹਾਡੇ ਕੋਲ ਇੱਕ ਕੋਲ ਪਹੁੰਚਣ ਲਈ ਹਾਜ਼ਰ ਹੋਣ ਦੀ ਤਿਆਰੀ ਕਰ ਰਿਹਾ ਸੀਗਾ ਵੀ ਮੈਂ ਆਹ ਰਾਈਟ ਟੂ ਪ੍ਰਾਪਰਟੀ ਜਿਹੜਾ ਤੁਹਾਨੂੰ ਅੱਜ ਤੱਕ ਨਹੀਂ ਮਿਲਿਆ ਮੈਂ ਉਹਦੇ ਵਾਸਤੇ ਵੀ ਜਿੰਨਾ ਚਿਰ ਕਿਸੇ ਕੋਲ ਰਾਈਟ ਟੂ ਪ੍ਰਾਪਰਟੀ ਹੈ ਨਹੀਂ ਉਹਨਾਂ ਤੱਕ ਉਹਦੀ ਸਵੈ ਮਾਨਤਾ ਔਰ ਉਸ ਦੀ ਪਛਾਣ ਕੀ ਹੈਗਾ ਵੀ ਇਹ ਦੂਸਰੇ ਵਰਗ ਨੂੰ ਅੱਜ ਤੱਕ ਰਾਈਟ ਟੂ ਪ੍ਰਾਪਰਟੀ ਨਹੀਂ ਸੀ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਸ ਕਰਕੇ ਮੈਂ ਤੁਹਾਡੇ ਲਈ ਰਾਈਟ ਟੂ ਪ੍ਰਾਪਰਟੀ ਦਿੱਤਾ ਕਿ ਤੁਹਾਡੇ ਕੋਲ ਪ੍ਰਾਪਰਟੀ ਹੋਏਗੀ ਤੁਹਾਡੀ ਸਵੈ ਮਾਨਤਾ ਹੋਏਗੀ ਤੁਹਾਡੀ ਇੰਡੀਪੈਂਡੈਂਟ ਵੈਲਿਊ ਹੋਏਗੀ ਸੋ ਇਹ ਬਿੱਲ 'ਚ ਦੱਸੋ ਵੀ ਜਿਹੜੀ ਮੈਂ ਤੁਹਾਡੇ ਲਈ ਇਹ ਰਿਆਇਤ ਲੈ ਕੇ ਦੇ ਰਿਹਾ ਇਹਦੇ 'ਚ ਕੀ ਨੁਕਸ ਹੈ ਉਹ ਕਹਿਣ ਲੱਗੇ ਜੀ ਇਹਦੇ 'ਚ ਤਾਂ ਕੋਈ ਨੁਕਸ ਨਹੀਂ ਤੇ ਕਹਿਣ ਲੱਗੇ ਫਿਰ ਤੁਸੀਂ ਮੇਰਾ ਜਿਹੜਾ ਇਹ ਖਿਲਾਫ ਮੁਜ਼ਾਹਰਾ ਕਰ ਰਹੇ ਆ ਇਸੇ ਇਸ਼ੂ 'ਤੇ ਹੀ ਆ ਤੇ ਉਹ ਫਿਰ ਕਹਿਣ ਲੱਗੀਆਂ ਵੀ ਧੰਨਵਾਦ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਅਸੀਂ ਮੁਗਾਲਤੇ 'ਚ ਸੀ ਸੋ ਇਸ ਕਰਕੇ ਡਾਕਟਰ ਸਾਹਿਬ ਦੀ ਜਿਹੜੀ ਦੇਣ ਸੀਗੀ ਉਹ ਵੱਖੋ ਵੱਖਰਿਆਂ ਵਰਗਾਂ ਨੂੰ ਸੀ ਔਰ ਫਿਰ ਸਮੁੱਚੇ ਤੌਰ 'ਤੇ ਇਹ ਦੇਸ਼ ਨੂੰ ਸੀ ਸੋ ਇਸ ਕਰਕੇ ਐਜੂਕੇਸ਼ਨ ਦੇ ਮਸਲੇ ਦੇ ਵਿੱਚ ਜਿੱਥੋਂ ਤੱਕ ਅਸੀਂ ਪ੍ਰੋਗਰੈਸ ਕੀਤੀ ਹੈ ਜਿੱਥੋਂ ਡੈਮੋਕ੍ਰੇਸੀ ਔਰ ਇਹ ਜਿਹੜਾ ਛੋਟਾ ਜਿਹਾ ਐਲੀਮੈਂਟ ਮੈਨੂੰ ਅੱਜ ਇਹ ਭਾਈ ਸਾਹਿਬ ਪ੍ਰਮੋਟਰ ਸਾਹਿਬ ਇਹ ਦੱਸ ਰਿਹਾ ਸੀ ਰਸਤੇ ਦੇ ਵਿੱਚ ਕਿ ਅਮਰੀਕਾ ਦੀ ਮੂਵਮੈਂਟ ਕਿੱਥੋਂ ਪੈਦਾ ਹੋਈ ਵੀ ਇੱਕ ਕਾਲੀ ਔਰਤ ਕੁਰਸੀ 'ਤੇ ਬੈਠੀ ਸੀਗੀ ਇੱਕ ਦੂਸਰਾ ਗੋਰਾ ਆਇਆ ਉਹ ਕਹਿਣ ਲੱਗਾ ਉੱਠ ਉਹ ਕਹਿਣ ਲੱਗਾ ਕਿਉਂ ਉੱਠਾਂ ਕਹਿਣ ਲੱਗਾ ਇਸ ਨਿੱਕੇ ਜਿਹੇ ਇਨਸਟਾਂਸ ਤੋਂ ਗੱਲ ਚੱਲੀ ਸੀਗੀ ਔਰ ਉਹ ਰੈਗੂਲੇਸ਼ਨ ਆ ਗਿਆ ਉਹ ਅਮਰੀਕਾ ਦੇ ਵਿੱਚ ਤੇ ਦੂਸਰੇ 'ਤੇ ਸਿਵਲ ਲਿਬਰਟੀ ਸਿਵਲ ਰਾਈਟਸ ਜਿਹੜੇ ਸੀਗੇ ਸੋ ਇਸ ਕਰਕੇ ਛੋਟੇ ਜਿਹੇ ਇਸ਼ੂ 'ਤੇ ਹੁਣ ਇਹ ਜਿਹੜਾ ਇਸਤਰੀਆਂ ਦੇ ਵਿੱਚ ਸਵੈ ਮਾਨ ਦੀ ਗੱਲ ਆ ਗਈ ਮੈਂ ਥੋੜ੍ਹੇ ਦਿਨਾਂ ਦੀ ਗੱਲ ਸੁਣਾਉਂਦਾ ਮੈਂ ਵੁਲਵਰਹੈਂਪਟਨ ਇੱਕ ਧਾਰਮਿਕ ਸੰਮੇਲਨ ਜਿਹਾ ਉਹ ਉੱਥੇ ਗਿਆ ਤੇ ਉਹ ਖਤਮ ਹੋ ਗਿਆ ਤੇ ਉਹ ਲਾਈਟ ਵੇਚ 5-4 ਬੰਦੇ ਔਰ 5-4 ਇਸਤਰੀਆਂ ਗੱਲਾਂ ਕਰ ਰਹੀਆਂ ਸੀਗੀਆਂ ਤੇ ਇੱਕ ਇਸਤਰੀ ਉਹ ਆਦਮੀ ਨੂੰ ਚੈਲੰਜ ਕਰ ਰਹੀ ਸੀ ਵੀ ਤੁਸੀਂ ਕਿਉਂ ਨਹੀਂ ਗਏ ਉੱਥੇ ਕਿਉਂ ਨਹੀਂ ਗਏ ਇਹ ਕਿਉਂ ਨਹੀਂ ਕੀਤਾ ਉਹ ਕਿਉਂ ਨਹੀਂ ਕੀਤਾ ਤੇ ਮੈਨੂੰ ਉਸ ਦੀ ਉਹ ਟੋਨ ਜੀ ਚੰਗੀ ਲੱਗੀ ਕਿ ਡਿਕਟੇਟਰਾਂ ਢੰਗ ਨਾਲ ਉਹ ਬੋਲ ਰਹੀ ਸੀਗੀ ਤੇ ਮੈਂ ਇੱਕ ਨੂੰ ਪੁੱਛਿਆ ਮੈਂ ਕਿਹਾ ਇਹ ਬੀਬੀ ਦਾ ਕੀ ਨਾਂ ਉਹ ਕਹਿੰਦਾ ਇਹਦਾ ਨਾਂ ਭੋਲੀ ਆ ਅੱਛਾ ਤੇ ਮੈਂ ਉਹਨੂੰ ਕਿਹਾ ਮੈਂ ਜਾਣਦਾ ਨਹੀਂ ਸੀ ਮੈਂ ਉਹਨੂੰ ਕਿਹਾ ਬੀਬੀ ਵੀ ਮੇਰਾ ਜੀ ਕਰਦਾ ਵੀ ਤੈਨੂੰ ਮੈਂ ਬੀਬੀ ਭਾਗੋ ਦਾ ਤਖੱਲਸ ਦੇ ਦਿਆਂ ਉਹ ਕਹਿੰਦੀ ਉਹ ਕੌਣ ਸੀ ਅੱਛਾ ਮੈਂ ਕਿਹਾ ਇੱਕ ਸਿੱਖ ਇਤਿਹਾਸ ਦੀ ਕਹਾਣੀ ਹੈਗੀ ਆ ਮੈਂ 2 ਮਿੰਟਾਂ 'ਚ ਤੈਨੂੰ ਦੱਸ ਦਿੰਦਾ ਉਹ ਕਹਿੰਦੀ ਦੱਸੋ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਸੀਗੇ ਤੇ ਦੂਸਰੇ ਪਾਸੇ 1.5 ਲੱਖ ਦੇ ਕਰੀਬ ਮੁਗਲਾਂ ਦੀ ਔਰ 22 ਰਾਜਿਆਂ ਦੀ ਜਿਹੜੀ ਫੌਜ ਜਾਇੰਟ ਸੀ ਘੇਰਾ ਪਾ ਕੇ ਬੈਠੀ ਸੀਗੀ ਤੇ ਉਸ ਵੇਲੇ ਸਿੰਘਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਰਾਸ਼ਨ ਪਾਣੀ ਖਤਮ ਹੋ ਗਿਆ ਬੜੀਆਂ ਦਿੱਕਤਾਂ ਹੋਈਆਂ ਤੇ 40 ਬੰਦੇ ਜਿਹੜੇ ਸੀਗੇ ਮੈਂ ਕਿਹਾ ਉਹਨਾਂ ਨੇ ਫੈਸਲਾ ਕੀਤਾ ਵੀ ਛੱਡੋ ਪਰਾਂ ਇੰਨੀ 2 ਲੱਖ 1.5 ਲੱਖ ਦੀ ਫੌਜ ਦੇ ਵਿੱਚ ਆਹ 1,500 ਬੰਦਾ ਕੀ ਕਰੇਗਾ ਮੁੜ ਕੇ ਵੀ ਮਰਨਾ ਹੀ ਹੈ ਪਹਿਲੇ ਹੀ ਚਲੋ ਤੁਸੀਂ ਤੇ ਮੈਂ ਕਿਹਾ ਉੱਥੋਂ ਨਿਕਲ ਕੇ ਆ ਗਏ ਔਰ ਮੁੜ ਕੇ ਜਦੋਂ ਅੰਮ੍ਰਿਤਸਰ ਆਪਣੇ ਘਰੀਂ ਪਹੁੰਚੇ ਝਵਾਲ ਦੇ ਇਲਾਕੇ ਦੇ ਸੀ ਮੈਂ ਕਿਹਾ ਤੇ ਮੈਂ ਕਿਹਾ ਉਹ ਮਾਈ ਜਿਹੜੀ ਮੈਂ ਤੈਨੂੰ ਭਾਗੋ ਦਾ ਨਾਂ ਦੱਸ ਰਿਹਾ ਉਹ ਪੁੱਛਦੀ ਵੀ ਤੁਸੀਂ ਕਿੱਦਾਂ ਆ ਗਏ ਗੁਰੂ ਸਾਹਿਬ ਕਿੱਥੇ ਆ ਕਹਿੰਦੇ ਗੁਰੂ ਸਾਹਿਬ ਤੇ ਉੱਥੇ ਹੀ ਆ ਕਹਿਣ ਲੱਗੇ ਫਿਰ ਤੁਸੀਂ ਕਹਿਣ ਲੱਗੇ ਅਸੀਂ ਛੱਡ ਕੇ ਆ ਗਏ ਕਹਿਣ ਲੱਗੇ ਤੁਹਾਨੂੰ ਸ਼ਰਮ ਨਹੀਂ ਆਈ ਕਿ ਉਹ ਗੁਰੂ ਜੀ ਨੇ ਸਭ ਕੁਝ ਤੁਹਾਡੇ ਲਈ ਦੇ ਦਿੱਤਾ ਤੁਸੀਂ ਉਹਨੂੰ ਛੱਡ ਆਏ ਇੰਨੀ ਦੂਰ ਤੁਸੀਂ 200 ਮੀਲ ਚੱਲ ਕੇ ਪੈਦਲ ਆਏ ਰਾਜ ਕੋ ਤੁਹਾਨੂੰ ਦਰਿਆ ਨਹੀਂ ਲੱਭਿਆ ਕੋਈ ਖੂਹ ਨਹੀਂ ਲੱਭਿਆ ਤੁਸੀਂ ਡੁੱਬ ਕਿਉਂ ਨਾ ਮਰੇ ਕਿਉਂ ਨਾ ਤੁਸੀਂ ਤੇ ਫਿਰ ਉਹ ਬੀਬੀ ਨੇ ਉਹਨਾਂ ਨੂੰ ਕਿਹਾ ਕਹਿਣ ਲੱਗਾ ਤੁਹਾਨੂੰ ਤਾਂ ਕਿਸੇ ਦਰਿਆ ਨੇ ਵੀ ਚੱਲਣਾ ਨਹੀਂ ਸੀਗਾ ਤੇ ਇਸ ਕਰਕੇ ਤੁਸੀਂ ਆ ਗਏ ਤੁਸੀਂ ਬਹਿ ਜਾਓ ਹੁਣ ਅਸੀਂ ਤੁਹਾਡਾ ਧੋਣਾ ਧੋਣ ਜਾਂਦੇ ਹਾਂ ਤੇ ਉਹ ਬੀਬੀ
ਭਾਗੋ ਨੇ ਇਸਤਰੀਆਂ ਦਾ ਜਥਾ ਇਕੱਠਾ ਕਰਕੇ ਦੁਬਾਰਾ ਗਏ ਗੁਰੂ ਗੋਬਿੰਦ ਸਿੰਘ ਦੀ ਸ਼ਰਨ 'ਚ ਲੜਾਈ 'ਚ ਹਿੱਸਾ ਲਿਆ, ਸ਼ਹੀਦ ਹੋਈਆਂ। ਉਸ ਤੋਂ ਬਾਅਦ ਫਿਰ ਇਹਨਾਂ ਨੇ ਵੀ ਉਹ ਸ਼ਰਮਿੰਦਗੀ ਨੂੰ ਫੇਸ ਕਰਨ ਦੁਬਾਰਾ ਫਿਰ ਉੱਥੇ ਜਾ ਕੇ ਮੁਕਤਸਰ ਦੀ ਲੜਾਈ ਦੇ ਵਿੱਚ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਮੈਂ ਕਿਹਾ ਉਹ ਬੀਬੀ ਭਾਗੋ ਨੇ ਚੈਲੰਜ ਕਰਕੇ ਬੰਦਿਆਂ ਨੂੰ ਦੁਬਾਰਾ ਤੋਰਿਆ ਸੀ, ਅਤੇ ਮੈਂ ਕਿਹਾ ਵੀ ਤੂੰ ਇਸ ਤਰ੍ਹਾਂ ਇਹਨਾਂ ਨੂੰ ਬੰਦਿਆਂ ਨੂੰ ਤਿਆਰ ਕਰ ਰਹੀ ਹਾਂ। ਚਲੋ ਉਹ ਵਿਚਾਰੀ ਖੁਸ਼ ਹੋ ਗਈ। ਸੋ ਮੇਰਾ ਮਤਲਬ ਹੈ ਜਦੋਂ 50% ਬੀਬੀਆਂ ਤੁਹਾਡੇ ਨਾਲ ਤੁਰਨਗੀਆਂ ਤੇ ਤੁਸੀਂ ਮੰਜ਼ਿਲ ਤੇ ਪਹੁੰਚਣ ਲਈ ਕੋਈ ਲੰਬੀ ਚੌੜੀ ਦੇਰ ਨਹੀਂ ਗੀ, ਸਿਰਫ ਤੁਰਨਾ ਹੈਗਾ। ਔਰ ਤੁਰਨ ਲਈ ਸਾਨੂੰ ਕੋਈ ਹਥਿਆਰ ਨਹੀਂ ਇਕੱਠੇ ਪੈਣੇ, ਸਿਰਫ ਇਹ ਹੈਗਾ ਕਿ ਆਪਸ 'ਚ ਇਤਫਾਕ ਨਾਲ ਇੱਕ ਦੂਸਰੇ ਦੇ ਨਾਲ ਮੋਢਾ ਜੋੜ ਕੇ ਤੁਰਨਾ ਹੈ। ਮੰਜ਼ਿਲ ਪਹੁੰਚੇ ਹੀ ਪਹੁੰਚੇ, ਮੰਜ਼ਿਲ ਕੋਈ ਦੂਰ ਨਹੀਂ ਹੈਗੀ। ਸੋ ਇਸ ਕਰਕੇ ਉਹ ਲਾਸਟ 'ਚ ਪ੍ਰਮੋਟਰ ਸਾਹਿਬ ਪੁੱਛਦੇ ਵੀ ਤੁਸੀਂ ਕਿਸੇ ਨੂੰ ਕੋਈ ਮੈਸੇਜ ਦੇਣਾ, ਅਤੇ ਉਹ ਮੈਂ ਆਪੇ ਹੀ ਗੱਲ ਇਹਨਾਂ ਦਾ ਰੋਲ ਲੈ ਲੈਣਾ ਤੇ ਮੈਸੇਜ ਮੈਂ ਆਹ ਹੀ ਦੇਣਾ। ਔਰ ਮੈਸੇਜ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਜਿੰਨੇ ਇਸ ਵਰਗ ਦੇ ਬੰਦੇ ਹੈਗੇ ਆ ਭਾਈ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਕੱਠੇ ਹੋ ਕੇ ਤੁਰ ਪਓ। ਤੁਸੀਂ ਕੁਛ ਨਹੀਂ ਕਰਨਾ, ਮੰਜ਼ਿਲ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਉਡੀਕ ਰਹੀ ਹੈ। ਔਰ ਮੰਜ਼ਿਲ 'ਤੇ ਤੁਸੀਂ ਮੰਜ਼ਿਲ ਤੁਹਾਨੂੰ ਜਿਹੜੇ ਉਹ ਮੈਂ ਅੱਗੇ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਮਹਾਂਪੁਰਸ਼ਾਂ ਨੇ ਅਸੀਸ ਦਿੱਤੀ ਹੁੰਦੀ ਆ ਉਹਦਾ ਅਸਰ ਹੁੰਦਾ। ਤੇ ਪਹਿਲੀ ਗੱਲ ਸੀਗੀ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਕਿ ਜਿਨ ਸੇਵੇ ਤਿਨ ਪਾਇਆ ਮਾਨ। ਉਹਨੇ ਤੁਹਾਡੇ ਫੇਵਰ 'ਚ ਇੱਕ ਡਿਗਰੀ ਦੇ ਦਿੱਤੀ ਕਿ ਤੁਹਾਨੂੰ ਮਾਨ ਪ੍ਰਾਪਤ ਹੋਣ ਵਾਲਾ ਹੈ। ਦੂਸਰਾ ਉਹਨਾਂ ਨੇ ਕਿਹਾ ਸੀਗਾ ਕਿ ਉਹ ਇਹ ਜਿਹੜੀ ਟੋਕੇ ਬਾਣੀ 'ਚ ਵੀ ਕਿਤੇ ਲਿਖੀ ਹੋਏਗੀ, ਉਹ ਉੱਥੇ ਜਿੱਥੇ ਬਾਬਾ ਜੀ ਨੇ ਨੌਕਰੀ ਕੀਤੀ ਸੀ ਕਪੂਰਥਲੇ 'ਚ ਜਿਹੜਾ ਹੈਗਾ ਉੱਥੇ ਗੁਰਦੁਆਰੇ ਲਿਖਿਆ ਹੈਗਾ ਕਿ ਨਾਨਕ ਹਮ ਨੀਚ ਹੈ। ਬਾਬੇ ਨੇ ਆਪਣੇ ਬਾਰੇ ਲਿਖਿਆ ਨਾਨਕ ਹਮ ਨੀਚ ਹੈ, ਨੀਚੋਂ ਸੇ ਅਤ ਨੀਚ। ਅਤ ਨੀਚ 'ਚ ਤੁਹਾਡੀ ਕੈਟੇਗਰੀ ਆਉਂਦੀ ਹੈ। ਨਾਨਕ ਹਮ ਨੀਚ ਹੈ, ਨੀਚੋਂ ਸੇ ਅਤ ਨੀਚ, ਤਿੰਨ ਕੇ ਸੰਗ ਸਾਥ ਹਮਾਰਾ। ਵੱਡਿਆਂ ਸਿਓ ਕਿਆ ਰੀਸ। ਉਹਨੇ ਕਿਹਾ ਮੈਂ ਤੁਹਾਡੇ ਨਾਲ ਹਾਂ, ਤੁਹਾਡੇ ਨਾਲ ਹਾਂ। ਉਹਨੇ ਇਹ ਵਰਸ਼ਨ ਦੇਤੀ, ਤੇ ਜਦੋਂ ਉਹਨੇ ਦੇਤੀ ਤੇ ਇਹ ਅਟਲ ਸਚਾਈ ਹੈ, ਉਹ ਤੁਹਾਡੀ ਬੈਕ ਤੇ ਖੜਾ ਹੈਗਾ। ਤੇ ਤੀਸਰੀ ਗੱਲ ਵੀ ਗੁਰੂ ਰਵਿਦਾਸ ਜੀ ਨੇ ਲਿਖ ਦਿੱਤਾ, ਤੁਹਾਨੂੰ ਆਸ਼ੀਰਵਾਦ ਦੇਤੀ, ਤੁਹਾਡੇ ਹੱਕ 'ਚ ਦੱਸ ਦਿੱਤਾ। ਉਹਨੇ ਕਹਿੰਦਾ ਐਸਾ ਚਾਹੂੰ ਰਾਜ ਮੈਂ, ਯਾਨੀ ਰਾਜ ਵਰਚੁਅਲੀ ਤੁਹਾਨੂੰ ਮਿਲਣਾ। ਉਹਨੇ ਆਸ਼ੀਰਵਾਦ ਦੇਤੀ ਹੈ ਤੇ ਅਸੀਂ ਇਹਦਾ ਮਹਿਣਾ ਕੀ ਕੱਢਦੇ ਹਾਂ ਕਿ ਉਹ ਕਹਿੰਦਾ ਵੀ ਰਾਜ ਇੱਦਾਂ ਦਾ ਹੋਣਾ ਚਾਹੀਦਾ। ਉਹ ਰਾਜ ਕਿਸੇ ਦਾ ਨਹੀਂ ਹੋਣਾ ਚਾਹੀਦਾ, ਰਾਜ ਤੁਹਾਡਾ ਹੋਣਾ ਚਾਹੀਦਾ ਹੈ। ਜਦੋਂ ਆਪਾਂ ਜ਼ਿਕਰ ਕਰਦੇ, ਜਦੋਂ ਮੈਂ ਕਿਸੇ ਨੂੰ ਕਹਿੰਦਾ ਕਿ ਮਕਾਨ ਇੱਦਾਂ ਦਾ ਹੋਣਾ ਚਾਹੀਦਾ, ਇਹਦਾ ਮਤਲਬ ਮੈਂ ਉਹ ਮਕਾਨ ਦਾ ਸੁਪਨਾ ਆਪਣੇ ਵਾਸਤੇ ਲੈਂਦਾ, ਪੜੋਸੀ ਵਾਸਤੇ ਨਹੀਂ ਲੈਂਦਾ ਕਿ ਪੜੋਸੀ ਦਾ ਇੱਦਾਂ ਹੋਣਾ ਚਾਹੀਦਾ। ਅਤੇ ਇਸ ਕਰਕੇ ਗੁਰੂ ਸਾਹਿਬ ਨੇ ਜਦੋਂ ਕਿਹਾ ਐਸਾ ਚਾਹੂੰ ਰਾਜ ਮੈਂ, ਰਾਜ ਦਾ ਮਤਲਬ ਤੁਹਾਡੇ ਲਈ ਤੁਹਾਡਾ ਰਾਜ ਇੱਦਾਂ ਦਾ ਹੋਣਾ ਚਾਹੀਦਾ। ਕਿੱਦਾਂ ਦਾ ਹੋਣਾ ਚਾਹੀਦਾ? ਜਹਾਂ ਮਿਲੇ ਸਭ ਕੋ ਅੰਨ। ਅੰਨ ਦਾ ਮਤਲਬ ਅਨਾਜ ਹੀ ਸਿਰਫ ਨਹੀਂ, ਅੰਨ ਦਾ ਮਤਲਬ ਪਦਾਰਥ ਜਿਹਨਾਂ ਤੋਂ ਵਾਂਝਾ ਰੱਖੇ ਗਏ ਤੁਹਾਨੂੰ। ਉੱਥੇ ਫਿਰ ਤੁਹਾਡੇ ਵਾਸਤੇ ਨਹੀਂ, ਇਕੱਲਿਆਂ ਵਾਸਤੇ ਕਹਿੰਦੇ ਜਾਂ ਸਭ ਨੂੰ ਮਿਲੇ ਅੰਨ, ਸਾਰਿਆਂ ਨੂੰ, ਕੋਈ ਭੁੱਖਾ ਨਾ ਰਹੇ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭ ਕੋ ਅੰਨ, ਛੋਟੇ ਬੜੇ ਸਭ ਸਮ ਹੋ, ਬਰਾਬਰ ਹੋਣ, ਕੋਈ ਛੋਟਾ ਵੱਡਾ ਨਾ ਹੋਵੇ। ਔਰ ਰਾਈਟ ਟੂ ਇਕੁਐਲਿਟੀ ਤੁਹਾਡੇ ਵਿਧਾਨ ਦੇ ਵਿੱਚ ਲਿਖ ਦਿੱਤਾ, ਉਹ ਵੀ ਪੂਰਾ ਹੋ ਗਿਆ। ਅਤੇ ਫਿਰ ਉਹ ਕਹਿੰਦਾ ਕਿ ਰਵਿਦਾਸ ਰਹੇ ਪ੍ਰਸੰਨ, ਵੀ ਮੈਂ ਫਿਰ ਖੁਸ਼ ਹੋਊਂਗਾ। ਸੋ ਇਸ ਕਰਕੇ ਤੁਸੀਂ ਭਾਈ ਸਾਹਿਬ ਆਪਣੇ ਗੁਰੂ ਨੂੰ ਖੁਸ਼ ਕਰਨ ਦੀ ਖਾਤਰ 4 ਕਦਮ ਚੱਲ ਲਓ। ਮੰਜ਼ਿਲ ਦੱਸੀ ਹੋਆ, ਆਸ਼ੀਰਵਾਦ ਤੁਹਾਡੇ ਨਾਲ ਹੈਗੀ ਆ, ਰਸਤਾ ਪੱਧਰਾ ਕਰ ਦਿੱਤਾ, ਫਿਰ ਕੀ ਦਿੱਕਤ ਹੈਗੀ ਆ? ਹੁਣ ਸਭ ਕੁਝ ਤੁਹਾਡੇ ਲਈ ਸਾਫ਼ ਹੈ। ਤੁਸੀਂ ਮੰਜ਼ਿਲ 'ਤੇ ਪਹੁੰਚਣ ਵਾਲੇ ਆ, ਮੰਜ਼ਿਲ 'ਤੇ ਪਹੁੰਚ ਜਾਓ ਔਰ ਇੱਕ ਦੂਜੇ 'ਚ ਇਤਫਾਕ ਨਾਲ, ਪ੍ਰੇਮ ਨਾਲ, ਇੱਕ ਦੂਜੇ ਦੀਆਂ ਬਾਹਾਂ ਲੱਤਾਂ ਨਹੀਂ ਖਿੱਚਣੀਆਂ, ਬਸ ਤੁਰੇ ਚਲੋ, ਮੰਜ਼ਿਲ ਆਉਣ ਵਾਲੀ ਹੈ। ਅੱਛਾ, ਥੈਂਕ ਯੂ ਅੰਕਲ ਜੀ, ਤੁਹਾਡੇ ਵਿਚਾਰ ਵੈਰੀ ਗੁੱਡ ਆ। ਹੁਣ ਅਸੀਂ ਚੱਲਦੇ ਆ ਗਗਨ ਸਾਹਿਬ ਕੋਲ, ਤਾਂ ਉਹ ਦੱਸੋਗੇ ਆਪਣੇ ਵਿਚਾਰ ਥੋੜ੍ਹੇ ਜਿਹੇ। ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ। ਰਾਜ ਸਾਹਿਬ ਬਿਲਕੁਲ ਅੰਕਲ ਹੁਣਾਂ ਦੀ ਗੱਲ ਦੇ ਨਾਲ ਮੈਂ ਪੂਰਾ ਸਹਿਮਤ ਹਾਂ ਕਿ ਜਿਹੜੀ ਵਰਗ ਵਿਵਸਥਾ ਇਹਨਾਂ ਨੇ ਦੱਸੀ, ਜਿਹੜੀ ਵਰਨ ਸਾਨੂੰ ਵੰਡਿਆ ਗਿਆ ਸੀਗਾ, ਉਹ ਬਿਲਕੁਲ ਸਾਡਾ ਕਾਲਾ ਇਤਿਹਾਸ ਸੀ। ਔਰ ਮੈਂ ਇਸ ਗੱਲ ਨਾਲ ਵੀ ਸਹਿਮਤ ਹੈ ਕਿ ਅੱਜ ਵੀ ਅਸੀਂ ਉਸੇ ਲੈਵਲ 'ਤੇ ਹਾਂ। ਹਾਂਜੀ, ਟਾਈਮ ਚੇਂਜ ਹੋ ਗਿਆ, ਤਰੀਕਾ ਚੇਂਜ ਹੋ ਗਿਆ, ਬਟ ਜਿਹੜੀ ਮੇਨ ਗੱਲ ਆ ਕਿ ਸਾਨੂੰ ਅਜੇ ਵੀ ਦੱਬਿਆ ਹੀ ਜਾ ਰਿਹਾ ਔਰ ਅਸੀਂ ਖੁਦ ਦੱਬੇ ਜਾ ਰਹੇ ਹਾਂ। ਇਹ ਵੀ ਅੰਕਲ ਲੱਗਦਾ, ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋ, ਕਿ ਸ਼ਾਇਦ ਅਸੀਂ ਯੂਜ਼ ਟੂ ਹੋ ਗਏ ਜਾਂ ਗੁਲਾਮੀ ਦੀ ਜ਼ਿੰਦਗੀ ਰਹਿਣ ਲਈ।
ਸਹੀ ਬਾਤ ਹੈ, ਸਹੀ ਹੈ। ਰਵਿਦਾਸ ਮਹਾਰਾਜ ਨੇ ਖੁਦ ਕਿਹਾ ਸੀ ਕਿ ਪਰਾਧੀਨਤਾ ਪਾਪ ਹੈ। ਜੇ ਉਹ ਇੰਨੇ ਸਾਲਾਂ ਪਹਿਲਾਂ ਸਾਨੂੰ ਕਹਿ ਗਏ ਕਿ ਇਹ ਕਿਸੇ ਦੇ ਅਧੀਨ ਰਹਿਣਾ ਪਾਪ ਆ, ਤੇ ਅਸੀਂ ਕਿਉਂ ਅੱਜ ਲੋਕਾਂ ਦੇ ਅਧੀਨ ਰਹਿਣ ਦੇ ਲਈ ਉਤਸੁਕ ਕਹਿੰਦੇ, ਇਹਨੂੰ ਮੈਂ ਉਤਸੁਕ ਕਹਾਂ ਤਾਂ ਮੇਰੇ ਹਿਸਾਬ ਨਾਲ ਕੋਈ ਅਤੀ ਕਥਨ ਹੀ ਨਹੀਂ ਹੋਊਗੀ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਅਸੀਂ ਕਿਸੇ ਦੇ ਅਧੀਨ ਹੀ ਰਹੀਏ। ਗੱਲ ਅੱਜ ਦੇ ਹੁਣ ਦੇ ਯੁੱਗ ਦੀ ਕਰੀਏ, ਡਾਕਟਰ ਸਾਹਿਬ ਅੰਬੇਡਕਰ ਦੀ ਅੰਕਲ ਤੁਸੀਂ ਗੱਲ ਕੀਤੀ, ਮੈਂ ਇਹ ਸੋਚਦਾ ਕਿ ਜੇ ਉਹ ਨਾ ਹੁੰਦੇ, ਡਾਕਟਰ ਸਾਹਿਬ ਨਾ ਹੁੰਦੇ, ਸਾਨੂੰ ਅਧਿਕਾਰ ਨਾ ਮਿਲਦੇ, ਜੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨਾ ਹੁੰਦੇ, ਤੇ ਅੱਜ ਅਸੀਂ ਕਿੱਥੇ ਹੁੰਦੇ। ਔਰ ਜੇ ਅਸੀਂ ਉਹਨਾਂ ਦੇ ਕੀਤੇ ਨੂੰ ਅੱਜ ਭੁੱਲ ਜਾਈਏ ਔਰ ਉਹਨਾਂ ਨੂੰ ਅਸੀਂ ਇੱਕ ਪਾਸੇ ਕਰ ਦਈਏ ਤਾਂ ਫਿਰ ਸਾਡੀ ਹੋਂਦ ਕੋਈ ਹੋਂਦ ਨਹੀਂ, ਹਾਂਜੀ, ਫਿਰ ਸਾਡਾ ਜੀਣਾ ਕੋਈ ਜੀਣਾ ਨਹੀਂ। ਅੱਜ ਲੋੜ ਹੈ ਇਕੱਠੇ ਹੋਣ ਦੀ, ਇਕੱਠੇ ਹੋ ਕੇ ਉਸ ਚੀਜ਼ ਨੂੰ ਪ੍ਰਮੋਟ ਕਰਨੇ ਦੀ, ਆਪਣੇ ਆਪ ਨੂੰ ਆਪਣੀ ਇੱਕ ਆਇਡੈਂਟੀਟੀ ਕਾਇਮ ਕਰਨੇ ਦੀ। ਸਾਨੂੰ ਆਪਣੀ ਆਇਡੈਂਟੀਟੀ ਆਪ ਬਣਾਉਣੀ ਪੈਣੀ ਹੈ। ਸਾਰੀ ਦੁਨੀਆ ਲਈ, ਸਾਰੇ ਹਿੰਦੁਸਤਾਨ ਲਈ ਸਾਡੇ ਲੋਕਾਂ ਨੇ ਕੰਮ ਕੀਤਾ, ਅੱਜ ਤੱਕ ਗੁਲਾਮੀ ਕੀਤੀ, ਕੰਮ ਕੀਤਾ, ਉਹਨਾਂ ਲਈ ਸੇਵਾ ਉਹਨਾਂ ਦੀ ਕਰਦੇ ਰਹੇ, ਪਰ ਸਾਨੂੰ ਮਿਲਿਆ ਕਿ ਸਾਡੀ ਆਪਣੀ ਆਇਡੈਂਟੀਟੀ ਵੀ ਨਹੀਂ ਮਿਲ ਸਕੀ। ਫਿਰ ਅਸੀਂ ਰਹੇ ਚਮਾਰ ਜਾਂ ਰਵਿਦਾਸੀਏ। ਜਿਹੜੇ ਵੀ ਧਰਮ 'ਚ ਅਸੀਂ ਗਏ, ਅਸੀਂ ਉਹਨਾਂ ਦੀ ਹੈਲਪ ਕੀਤੀ, ਉਹਨਾਂ ਦੀ ਸਪੋਰਟ ਕੀਤੀ, ਉਹਨਾਂ ਲਈ ਅਸੀਂ ਤਨ ਮਨ ਧਨ ਨਾਲ ਸੇਵਾ ਕੀਤੀ, ਪਰ ਸਾਨੂੰ ਕੀ ਮਿਲਿਆ? ਫਿਰ ਜਦੋਂ ਆਪਣਾ ਟਾਈਮ ਆਇਆ, ਸਾਰਿਆਂ ਨੂੰ ਕਹਿਤਾ ਨਹੀਂ ਤੁਸੀਂ ਆਪਣੇ ਆਪ ਆ, ਸਾਡੇ ਨਾਲ ਨਹੀਂ ਹੈ। ਪਰ ਜਦੋਂ ਸਾਡੀ ਜ਼ਰੂਰਤ ਸੀਗੀ ਉਦੋਂ ਕਹਿੰਦੇ ਸੀਗੇ ਤੁਸੀਂ ਸਾਡੇ ਨਾਲ ਆ। ਅੱਜ ਵੀ ਇਹੀ ਗੱਲ ਹੋ ਰਹੀ ਹੈ, ਹੈ ਨਾ? ਬਿਲਕੁਲ ਜੀ। ਸਾਨੂੰ ਸਿਰਫ ਇੱਕ ਟੂਲ ਦੇ ਤੌਰ ਤੇ ਯੂਜ਼ ਕੀਤਾ ਗਿਆ, ਹੋਰ ਕੁਝ ਨਹੀਂ। ਇੱਕ ਪੈਰ ਦੀ ਜੁੱਤੀ ਸਮਝਿਆ ਗਿਆ। ਜਦੋਂ ਵਰਗ ਵਿਵਸਥਾ ਬਣੀ ਆ, ਉਦੋਂ ਵੀ ਟੌਪ ਤੇ ਕੋਈ ਹੋਰ ਸੀ, ਮਿਡਲ 'ਚ ਕੋਈ ਹੋਰ, ਤੇ ਅਸੀਂ ਉਦੋਂ ਵੀ ਥੱਲੇ ਪੈ ਰਹੀ ਸੀਗੇ। ਤੇ ਅੱਜ ਵੀ ਮੇਰੇ ਹਿਸਾਬ ਨਾਲ ਅਸੀਂ ਪੈ ਰਹੇ ਹਾਂ, ਜਿਹੜਾ ਮਰਜ਼ੀ ਸਾਨੂੰ ਪਾ ਲਵੇ, ਜਿਹੜਾ ਮਰਜ਼ੀ ਸਾਨੂੰ ਲਾ ਲਵੇ। ਸੋ ਜੇ ਅਸੀਂ ਉਹ ਚੀਜ਼ ਨੂੰ ਖਤਮ ਕਰਨਾ, ਅਸੀਂ ਅੱਜ ਇਸ ਗੱਲ ਲਈ, ਇੱਕ ਗੱਲ ਲਈ ਸਾਰੇ ਸਹਿਮਤ ਆ ਕਿ ਰਵਿਦਾਸੀਆ ਧਰਮ ਐਸਟੈਬਲਿਸ਼ ਹੋ ਚੁੱਕਾ। ਹਰ ਕੋਈ ਸਹਿਮਤ ਹੈ ਇਸ ਗੱਲ ਨਾਲ। ਅਸੀਂ ਆਪ ਨਹੀਂ ਬਣਾਇਆ, ਸਾਨੂੰ ਫੋਰਸ ਕੀਤਾ ਗਿਆ ਬਣਾਉਣ ਲਈ, ਜਿਹਦੇ ਵਿੱਚ ਮੇਰੇ ਖਿਆਲ ਨਾਲ ਕੋਈ ਗਲਤ ਗੱਲ ਨਹੀਂ। ਫੋਰਸ ਕਰਕੇ ਸਾਨੂੰ ਇੰਨਾ ਕੁ ਦਰਕਾਰਿਆ ਗਿਆ, ਸਾਨੂੰ ਇੰਨਾ ਕੁ ਤੰਗ ਕੀਤਾ ਗਿਆ, ਜਾਂ ਸਾਨੂੰ ਇੰਨਾ ਕੁ ਤਸੀਹੇ ਦਿੱਤੇ ਗਏ ਅੱਜ ਤੱਕ ਕਿ ਸਾਨੂੰ ਇਹ ਸੋਚਣ 'ਤੇ ਮਜਬੂਰ ਹੋਣਾ ਪਿਆ ਕਿ ਸਾਡਾ ਆਪਣਾ ਕੀ ਆ, ਸਾਡੀ ਆਇਡੈਂਟੀਟੀ ਕੀ ਆ। ਸੋ ਉਹਦੇ ਲਈ ਰਵਿਦਾਸੀਆ ਧਰਮ ਬਣਿਆ। ਸੋ ਰਵਿਦਾਸੀਆ ਧਰਮ ਇਨਕੰਪਲੀਟ ਸੀ ਕਿ ਉਹਦੇ ਲਈ ਸਾਡਾ ਆਪਣਾ ਗ੍ਰੰਥ ਨਹੀਂ ਸੀ, ਕੋਈ ਧਾਰਮਿਕ ਸਾਡੀ ਬੁੱਕ ਨਹੀਂ ਸੀ, ਸਾਡਾ ਧਾਰਮਿਕ ਗ੍ਰੰਥ ਨਹੀਂ ਸੀ, ਜਿਹਦੀ ਪੂਰਤੀ ਹੁਣ ਹੋ ਚੁੱਕੀ ਆ। ਅੰਮ੍ਰਿਤ ਬਾਣੀ ਐਸਟੈਬਲਿਸ਼ ਹੋ ਗਈ। ਅੰਮ੍ਰਿਤ ਬਾਣੀ ਕੀ ਆ, ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਕਲੀਅਰ ਕਰ ਦੇਵਾਂ ਕਿ ਲੋਕਾਂ ਨੂੰ ਬਹੁਤ ਸਾਰੇ ਕਨਫਿਊਜ਼ਨ ਹੈ, ਬਹੁਤ ਸਾਰੀ ਕਨਫਿਊਜ਼ਨ ਹੈ। ਅੰਮ੍ਰਿਤ ਬਾਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਲਿਖੀ ਹੋਈ ਸੰਪੂਰਨ ਬਾਣੀ ਆ, ਜਾਂ ਉਹ ਧੁਰ ਕੀ ਬਾਣੀ ਆ, ਉਹ ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਹੋ ਜਿਹੇ ਵਿਦਵਾਨ, ਇਹੋ ਜਿਹੇ ਗੁਰੂ ਹੋਏ ਜਿਨ੍ਹਾਂ ਨੇ ਕਿ ਸਟੇਟ ਸਿਸਟਮ ਨੂੰ ਸਭ ਤੋਂ ਪਹਿਲਾਂ ਬਹੁਤ ਚੰਗੀ ਤਰ੍ਹਾਂ ਕਲਾਸੀਫਾਈ ਕੀਤਾ। ਦੁਨੀਆ ਦੇ ਵਿੱਚ ਫਿਲਾਸਫਰ ਹੋਏ ਜਿਨ੍ਹਾਂ ਨੇ ਸਟੇਟ ਸਿਸਟਮ ਨੂੰ ਲੋਕਾਂ ਨੂੰ ਦੱਸਿਆ ਕਿ ਸਟੇਟ ਇੱਦਾਂ ਦਾ ਹੋਣਾ ਚਾਹੀਦਾ, ਜਿਹਦੇ ਵਿੱਚ ਹਰ ਕੋਈ ਇਕੁਅਲ ਹੋਵੇ, ਹਰ ਕਿਸੇ ਨੂੰ ਸਾਰੇ ਰਾਈਟਸ ਮਿਲਣ। ਉਹਨਾਂ ਦੀ ਸਟੱਡੀ ਹੁੰਦੀ ਆ, ਉਹਨਾਂ ਨੂੰ ਅਸੀਂ ਪੜ੍ਹਦੇ ਹਾਂ। ਪਰ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਨੇ ਕਿ ਸਟੇਟ ਸਿਸਟਮ ਨੂੰ ਇੰਨਾ ਕਲੀਅਰਲੀ ਦੱਸਿਆ ਕਿ ਹਰ ਕੋਈ ਇਕੁਅਲ ਹੋਣਾ ਚਾਹੀਦਾ, ਔਰ ਉਹ ਵਧੀਆ ਬੇਗਮਪੁਰ ਮੀਨਸ ਜਿੱਥੇ ਕੋਈ ਗਮ ਹੀ ਨਾ ਹੋਵੇ, ਕਿਸੇ ਨੂੰ ਕੋਈ ਗਮ ਨਾ ਹੋਵੇ। ਪਰ ਉਹਨਾਂ ਦੀ ਫਿਲਾਸਫੀ ਨੂੰ ਕਿਉਂ ਨਹੀਂ ਪੜ੍ਹਿਆ ਗਿਆ, ਉਹਨਾਂ ਦੀ ਫਿਲਾਸਫੀ ਨੂੰ ਕਿਉਂ ਨਹੀਂ ਪ੍ਰਮੋਟ ਕੀਤਾ ਗਿਆ ਅੱਜ ਤੱਕ? ਰੀਜ਼ਨ ਇੱਕੋ ਹੀ ਕਿ ਨਾ ਸਾਨੂੰ ਪੜ੍ਹਾਈ ਦਿੱਤੀ ਗਈ, ਔਰ ਨਾ ਸਾਡੇ ਕੋਲ ਪੈਸਾ ਸੀ, ਨਾ ਸਾਨੂੰ ਪਾਵਰ ਦਿੱਤੀ ਗਈ ਕਿ ਅਸੀਂ ਉਹਨਾਂ ਦੀ ਫਿਲਾਸਫੀ ਨੂੰ ਪ੍ਰਮੋਟ ਕਰ ਸਕਦੇ। ਅੱਜ ਸਾਡੇ ਕੋਲ ਚਾਂਸ ਆ, ਸਾਡੇ ਕੋਲ ਟਾਈਮ ਆ, ਸਾਡੇ ਕੋਲ ਪੈਸਾ ਵੀ ਆ, ਔਰ ਸਾਡੇ ਕੋਲ ਨੌਲੇਜ ਵੀ ਆ, ਸਾਡੇ ਕੋਲ ਐਜੂਕੇਸ਼ਨ ਵੀ ਹੈ। ਸੋ ਇਹ ਟਾਈਮ ਹੋਣਿਆ ਕਿ ਅਸੀਂ ਉਹਨਾਂ ਦੀ ਫਿਲਾਸਫੀ ਨੂੰ ਪ੍ਰਮੋਟ ਕਰੀਏ ਤੇ ਦੁਨੀਆ ਨੂੰ ਦਿਖਾਈਏ ਕਿ ਇੱਦਾਂ ਦੇ ਸੇਂਟ, ਇੱਦਾਂ ਦੇ ਗੁਰੂ ਹੋਏ ਆ ਸਾਡੇ, ਜਿਹੜੇ ਕਿ ਇੱਦਾਂ ਦਾ ਰਾਜ ਚਾਹੁੰਦੇ ਸੀ ਜਿਹਨੂੰ ਕਿ ਅੱਜ ਹਰ ਦੁਨੀਆ ਦਾ ਕੰਟਰੀ ਚਾਹੁੰਦਾ। UNO ਚਾਹੁੰਦਾ ਕਿ ਹਿਊਮਨ ਰਾਈਟਸ ਇਕੁਐਲਿਟੀ ਹੋਵੇ, ਜਿਹਨੇ ਉਹਨਾਂ ਨੇ ਕਿ ਇੰਨੇ 100 ਸਾਲਾਂ ਪਹਿਲਾਂ ਗੱਲ ਕਰ ਦਿੱਤੀ। ਸੋ ਮੇਰੀ ਤਾਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਆ ਕਿ ਅੰਮ੍ਰਿਤ ਬਾਣੀ ਔਰ ਰਵਿਦਾਸੀਆ ਧਰਮ, ਜੇ ਆਪਣੀ ਆਇਡੈਂਟੀਟੀ ਕਾਇਮ ਕਰਨੀ ਤਾਂ ਇਹਨਾਂ ਨੂੰ ਅਪਣਾਓ ਔਰ ਕਿਸੇ ਤੋਂ ਸੰਗੋ ਨਾ। ਸਭ ਤੋਂ ਵੱਡਾ ਗੱਲ ਆ ਸਾਡੇ ਵਿੱਚ ਇੱਕ ਸੰਗ, ਇੱਕ ਡਰ। ਅੱਜ ਤੱਕ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਡਰ ਕਿਸ ਚੀਜ਼ ਦਾ। ਜਦ ਕਨਸਟੀਟਿਊਸ਼ਨ, ਕਿਸੇ ਵੀ ਕੰਟਰੀ ਦਾ ਕਨਸਟੀਟਿਊਸ਼ਨ ਲੈ ਲਓ, ਕਿਸੇ ਵੀ ਕੰਟਰੀ ਦਾ ਸਿਸਟਮ ਲੈ ਲਓ, ਤੁਹਾਨੂੰ ਇਹ
ਪੂਰਾ ਰਾਈਟ ਹੈ ਕਿ ਕਿਸੇ ਵੀ ਧਰਮ ਨੂੰ ਤੁਸੀਂ ਅਪਣਾ ਸਕਦੇ ਆ, ਕਿਸੇ ਵੀ ਧਰਮ ਦੀ ਪ੍ਰੈਕਟਿਸ ਕਰ ਸਕਦੇ ਆ, ਕੋਈ ਵੀ ਨਵਾਂ ਧਰਮ ਤੁਸੀਂ ਬਣਾ ਸਕਦੇ ਆ। ਤੇ ਜੇ ਅੱਜ ਅਸੀਂ ਨਵਾਂ ਧਰਮ ਆਪਣਾ ਬਣਾਇਆ ਜਿਹੜਾ ਕਿ ਸਦੀਆਂ ਪਹਿਲਾਂ ਬਣ ਚੁੱਕਾ ਸੀਗਾ, ਸਿਰਫ ਅਸੀਂ ਐਸਟੈਬਲਿਸ਼ ਅੱਜ ਕੀਤਾ ਜਾਂ ਇੰਪਲੀਮੈਂਟ ਅੱਜ ਕੀਤਾ, ਤੇ ਪ੍ਰੋਬਲਮ ਕਿੱਥੇ ਆ? ਤੇ ਡਰ ਕਾਹਦਾ? ਸਾਨੂੰ ਡਰਨੇ ਦੀ ਕੋਈ ਲੋੜ ਹੈ ਨਹੀਂ। ਹਾਂ, ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦੀ ਲੋੜ ਆ, ਡਰ ਮਨਾਂ ਚੋਂ ਕੱਢਣ ਦੀ ਲੋੜ ਆ, ਇੱਕ ਯੂਨਿਟੀ ਦੀ ਲੋੜ ਆ। ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਬਜਾਏ ਜੇ ਇੱਕ ਦੂਜੇ ਨੂੰ ਸਪੋਰਟ ਕਰਨੀ ਸ਼ੁਰੂ ਕਰੀਏ, ਮੈਂ ਕਹਿੰਦਾ ਕਿ ਆਉਣ ਵਾਲੇ ਕੁਝ ਸਾਲਾਂ 'ਚ ਸਾਡਾ ਕੁਛ ਨਾ ਕੁਛ ਬਣ ਸਕਦਾ। ਹਾਂਜੀ, ਇਹ ਮੇਰਾ ਕਹਿਣਾ ਆ। ਬਾਕੀ ਜਿਹੜੀ ਗੱਲ ਰਹੀ ਅੰਕਲ ਹੁਣਾਂ ਦੀ ਰਾਈਟਸ ਬਾਰੇ ਕਿ ਐਜੂਕੇਸ਼ਨ ਰਾਈਟ, ਦ ਲੈਂਡ ਐਕਟ ਰਾਈਟ ਜਿਹੜੇ ਸਾਨੂੰ ਮਿਲੇ ਆ, ਉਹ ਹੁਣ ਮਿਲੇ ਜਾ ਕੇ। ਅੰਕਲ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਸੀਂ 50-60 ਸਾਲ ਪਹਿਲਾਂ ਤੱਕ ਗੁਲਾਮ ਹੀ ਸੀਗੇ। ਬਿਲਕੁਲ ਸਹੀ ਬਾਤ ਹੈ, ਯੂ ਆਰ ਰਾਈਟ। ਸੰਤ ਸਰਵਣਦਾਸ ਹੁਣੀ ਬੱਲਾਂ ਵਾਲੇ, ਉਹਨਾਂ ਦੀ ਮੈਂ ਇੱਕ ਗੱਲ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਕਿ ਉਹ ਇੱਕ ਗੱਲ ਬਹੁਤ ਕਹਿੰਦੇ ਹੁੰਦੇ ਸੀਗੇ ਆਪਣੇ ਲੋਕਾਂ ਨੂੰ, ਆਪਣੀ ਸੰਗਤ ਨੂੰ, ਕਿ ਹਿੰਦੁਸਤਾਨ ਆਜ਼ਾਦ ਹੋ ਗਿਆ ਪਰ ਤੁਸੀਂ ਹਜੇ ਗੁਲਾਮ ਦੇ ਗੁਲਾਮ ਹੋ। ਤੁਹਾਡੀ ਗੁਲਾਮੀ ਉਦਣ ਘੱਟ ਹੋਣੀ ਜਿੱਦਣ ਸਾਰਾ ਕੁਝ ਤੁਹਾਡਾ ਆਪਣਾ ਹੋਣਾ। ਤੇ ਉਹਦੇ ਲਈ ਇੱਕ ਉਹਨਾਂ ਨੇ ਗੱਲ ਜ਼ਰੂਰ ਕਹੀ ਸੀ, ਐਜੂਕੇਸ਼ਨ ਜ਼ਰੂਰੀ ਆ। ਪੜ੍ਹੋ ਔਰ ਆਪਣੇ ਰਾਈਟਸ ਨੂੰ ਸਮਝਣ ਦੀ ਟਰਾਈ ਕਰੋ ਤੇ ਆਪਣਾ ਕੁਝ ਬਣਾਉਣ ਦੀ ਟਰਾਈ ਕਰੋ, ਜਿਹੜੀ ਕਿ ਅੱਜ ਲੋੜ ਆ। ਰਾਦਰ ਦਨ ਅਸੀਂ ਆਪਸ ਵਿੱਚ ਲੜਨੇ ਦੇ ਨਾਲੋਂ ਇੱਕ ਟੇਬਲ ਤੇ ਇਕੱਠੇ ਹੋ ਕੇ ਬੈਠੀਏ, ਇੱਕ ਦੂਜੇ ਦੇ ਦੁੱਖ ਸੁੱਖ ਨੂੰ ਸਮਝੀਏ ਔਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਤੇ ਅਸੀਂ ਕਿਸੇ ਮੰਜ਼ਿਲ ਤੇ ਪਹੁੰਚ ਸਕੀਏ। ਮੰਜ਼ਿਲ ਦੂਰ ਨਹੀਂ, ਮੰਜ਼ਿਲ ਹੁਣ ਸਾਡੇ ਤੋਂ ਦੂਰ ਨਹੀਂ ਅੰਕਲ। ਠੀਕ ਠੀਕ। ਹੁਣ ਮੰਜ਼ਿਲ ਬਹੁਤ ਦੂਰ ਨਹੀਂ, ਸਿਰਫ ਇਹ ਆ ਕਿ ਇੱਕ ਦੂਜੇ ਦੀ ਸਪੋਰਟ ਦੀ ਹੁਣ ਲੋੜ ਆ। ਇਹ ਤੋਂ ਇਲਾਵਾ ਮੈਂ ਕੁਛ ਨਹੀਂ, ਮੈਨੂੰ ਇਹ ਤੋਂ ਇਲਾਵਾ ਕੁਛ ਨਹੀਂ ਦਿਖਾਈ ਦਿੰਦਾ ਕਿ ਕੋਈ ਉਹਦੇ ਵਿੱਚ ਗਲਤੀ ਹੋਊਗੀ ਜਾਂ ਕੋਈ ਹੋਰ ਪ੍ਰੋਬਲਮ ਆ। ਸਿਰਫ ਇੱਕ ਕੋਆਪਰੇਸ਼ਨ ਦੀ ਲੋੜ ਆ ਹੁਣ, ਇਹ ਤੋਂ ਇਲਾਵਾ ਕੁਛ ਨਹੀਂ। ਓਕੇ, ਤਾਂ ਇੱਕ ਹੋਰ ਤੁਸੀਂ ਅੰਮ੍ਰਿਤ ਬਾਣੀ ਤੇ ਸ਼ੁਰੂ ਕੀਤਾ ਕਿ ਕੁਛ ਜੋ 40 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ ਹੈ ਐਂਡ ਜੋ ਬਾਕੀ ਅੰਮ੍ਰਿਤ ਬਾਣੀ ਦੇ, ਉਹਦੇ ਬਾਰੇ ਇੱਕ ਥੋੜ੍ਹਾ ਜਿਹਾ ਕੁਛ ਨੌਲੇਜ ਹੈ? ਦੇਖੋ ਰਾਜ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਦਰਜ ਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ, ਪਰ ਜੋ ਹੁਣ ਅੰਮ੍ਰਿਤ ਬਾਣੀ ਬਣਾਈ ਗਈ ਉਹ 'ਚ ਉਹਨਾਂ ਦੀ ਉਹ ਸਾਰੀ ਬਾਣੀ ਪਾਈ ਗਈ ਜੋ ਉਸ ਟਾਈਮ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਪਾਈ ਸੀ। ਜਦੋਂ ਵੀ ਕੋਈ ਚੀਜ਼ ਆਪਾਂ ਇੱਕ ਚੀਜ਼ ਕ੍ਰੀਏਟ ਕਰਦੇ ਹਾਂ, ਉਸ ਟਾਈਮ ਤੇ ਅਸੀਂ ਚੂਜ਼ ਕਰਦੇ ਹਾਂ ਕਿਹੜੀ ਚੀਜ਼ ਕਿੱਥੋਂ ਮਟੀਰੀਅਲ ਲੈਣਾ। ਇੱਕ ਆਪਾਂ ਘਰ ਹੀ ਬਣਾਉਂਦੇ ਹਾਂ, ਸਪੋਜ਼ ਇੱਕ ਘਰ ਬਣਾਇਆ, ਉਹਦੇ ਲਈ ਸਾਨੂੰ ਪਤਾ ਸੀਮੈਂਟ ਕਿੰਨਾ ਚਾਹੀਦਾ, ਸਾਨੂੰ ਸਰੀਆ ਕਿੰਨਾ ਚਾਹੀਦਾ, ਸਾਨੂੰ ਬ੍ਰਿਕਸ ਜਾਂ ਇੱਟਾਂ ਕਿੰਨੀਆਂ ਚਾਹੀਦੀਆਂ। ਸੋ ਹਰ ਮਟੀਰੀਅਲ ਇਕੱਠਾ ਕਰਨੇ ਦੇ ਨਾਲ ਉਹਦੀ ਅਮਾਊਂਟ ਕਿੰਨਾ ਚਾਹੀਦਾ ਜਾਂ ਕਿਹੜੀ ਚੀਜ਼ ਰੈਲੇਵੈਂਟ ਆ ਉਹਨੂੰ ਬਣਾਉਣ ਲਈ ਘਰ ਨੂੰ। ਸੋ ਉਹ ਇੱਕ ਘਰ ਬਣ ਗਿਆ ਮਟੀਰੀਅਲ ਇਕੱਠਾ ਕਰਕੇ, ਪਰ ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਜਾਂ ਜਿਹੜੀ ਰੈਲੇਵੈਂਟ ਨਹੀਂ ਹੈਗੀ ਉਹਨੂੰ ਅਸੀਂ ਯੂਜ਼ ਨਹੀਂ ਕਰਦੇ। ਸੋ ਰਵਿਦਾਸ ਮਹਾਰਾਜ ਜੀ ਨੇ ਸਿਰਫ 40 ਸ਼ਬਦ ਨਹੀਂ ਲਿਖੇ, ਉਹਨਾਂ ਨੇ ਆਪਣੇ ਉਹ ਐਡੇ ਵੱਡੇ ਪੋਇਟ ਸੀਗੇ, ਰਿਲੀਜੀਅਸ ਪੋਇਟ ਸੀਗੇ ਕਿ ਜਿਨ੍ਹਾਂ ਨੇ ਸਾਰੀ ਉਮਰ ਲਿਖਿਆ ਹੀ ਲੋਕਾਂ ਨੂੰ ਸਿਖਾਇਆ। ਗੁਰੂ ਸੀ ਉਹ ਰਾਜੇ ਔਰ ਰਾਣੀਆਂ ਉਹਨਾਂ ਦੇ ਜੇ ਚੇਲੇ ਬਣੇ, ਭਗਤ ਬਣੇ, ਇਹਦਾ ਮਤਲਬ ਇਹ ਕਿ ਉਹ ਪੂਰਨ ਗੁਰੂ ਸੀ, ਸੰਪੂਰਨ ਗੁਰੂ ਸੀਗੇ। ਔਰ ਉਹਨਾਂ ਨੇ ਕਿਤੇ 40 ਸ਼ਬਦ ਹੀ ਨਹੀਂ ਲਿਖੇ ਸੀ, ਬਹੁਤ ਬਾਣੀ ਲਿਖੀ ਜਿਹੜੀ ਕਿ ਸਾਰੀ ਇਕੱਤਰ ਕਰਕੇ ਹੁਣ ਅੰਮ੍ਰਿਤ ਬਾਣੀ ਦੇ ਰੂਪ ਦੇ ਵਿੱਚ ਬਣਾਈ ਗਈ ਹੈ। ਓਕੇ, ਮੈਂ ਇਹ ਵੀ ਪੁੱਛ ਸਕਦਾ ਕਿ ਤੇਰੇ ਚੋਂ ਕਾਂਚੀ ਵੀ ਕੋਈ ਜਾ ਚੁੱਕਾ ਹੈ ਅੱਜ ਤੱਕ? ਜਦੋਂ ਬੇਗਮਪੁਰ ਦਾ ਯਾਤਰਾ ਚੱਲਦਾ ਹੈ ਤੇ ਤੁਸੀਂ ਗਏ ਆ? ਦੇਖੋ ਜੀ ਰਾਜ ਸਾਹਿਬ, ਮੈਂ ਜਦੋਂ ਕਾਂਚੀ ਦਾ ਮੰਦਿਰ ਲਿਆ ਸੀ ਵਾਪਸ, ਮੈਂ ਉਸ ਟਾਈਮ ਤੇ ਉੱਥੇ ਰਿਹਾ ਔਰ ਬਹੁਤ ਘਾਲ ਕੇ ਉਹ ਮੰਦਿਰ ਵਾਪਸ ਮਿਲਿਆ, ਜਾਂ ਉਹਨੂੰ ਮੈਂ ਉਸ ਮੰਦਿਰ ਨੂੰ ਬਣਦਿਆਂ ਔਰ ਅੱਜ ਦੀ ਸਟੇਜ ਤੱਕ ਦੇਖਿਆ ਜਾਂ 3 ਸਾਲ ਪਹਿਲਾਂ ਤੱਕ ਦੇਖਿਆ ਕਿ ਉਹ ਮੰਦਿਰ ਸਿਰਫ ਉਸ ਵੇਲੇ 19 ਕੀ ਜਗ੍ਹਾ ਸੀ ਔਰ ਅੱਜ ਉੱਥੇ ਪੂਰਾ ਸ਼ਹਿਰ ਵਸਾ ਦਿੱਤਾ ਗਿਆ।
ਮੈਂ ਵੀ ਪਹਿਲੋਂ ਜਦੋਂ ਪਹਿਲੇ ਕਬਜ਼ਾ ਮਿਲਿਆ ਉਦੋਂ ਮੈਂ ਗਿਆ ਸੀਗਾ, ਤਾਂ ਉਦੋਂ ਤਾਂ ਜਿਹੜੇ ਮੋਰੇ ਛੱਪੜ ਸੀਗਾ ਉੱਥੋਂ ਦੀ ਨਹੀਂ ਲੰਘ ਹੁੰਦਾ ਸੀਗਾ। ਕੰਮ ਕਰਨਾ ਤਾਂ ਇੱਕ ਸਾਈਡ ਤੇ, ਬਿਲਡ ਕਰਨਾ ਇੱਕ ਸਾਈਡ ਤੇ, ਉੱਥੇ ਤੁਸੀਂ ਤੁਰ ਕੇ ਨਹੀਂ ਜਾ ਸਕਦੇ ਸੀਗੇ। ਤਾਂ ਉਹਨਾਂ ਨੇ ਜਦੋਂ ਮੰਦਿਰ ਬਣਾਇਆ, ਉਹਨਾਂ ਨੇ ਕੁਛ ਦੂਰ ਤੋਂ ਸਮਾਨ ਲਿਆ ਕੇ ਸੇਵਾਦਾਰਾਂ ਨੇ ਉਹ ਬਣਾਇਆ, ਰਾਈਟ। ਤਾਂ ਹੁਣ ਤਾਂ ਤੁਸੀਂ ਦੇਖ ਸਕਦੇ ਆ, ਤੁਸੀਂ ਜਿਹੜੇ ਫਿਲਮਾਂ ਆ ਉਹਦਾ ਦੇਖ ਸਕਦੇ ਆ, ਹੁਣ ਤਾਂ ਕਰੋੜਾਂ 'ਚ ਉੱਥੇ ਲੱਖਾਂ 'ਚ ਆਉਂਦੇ ਆ ਉੱਥੇ ਲੋਕ। ਜਿੱਦਣ ਨਾ ਯਾਤਰਾ ਹੁੰਦੀ ਆ, ਜਿੱਦਣ ਗੁਰਪੁਰਬ ਹੁੰਦਾ, ਗੁਰੂ ਰਵਿਦਾਸ ਦਾ, ਉਦੋਂ ਤਾਂ ਬਹੁਤ ਹੁੰਦੇ ਆ। ਐਂਡ ਇਸ ਤੋਂ ਨੈਕਸਟ ਜਿਹੜੀ ਹੁਣ ਬਸ ਉਹ ਆਪਾਂ ਰਵਿਦਾਸੀਆ ਧਰਮ ਬਾਰੇ ਇੱਕ ਗੱਲ ਲਾਸਟ ਤੇ ਜਿਹੜੀ ਹੁਣ ਕਹਿ ਦਈਏ ਕਿ ਜੋ ਇੱਕ ਧਰਮ ਲਈ ਚਾਹੀਦਾ, ਜੋ ਮਟੀਰੀਅਲ ਇੱਕ ਧਰਮ ਨੂੰ ਐਸਟੈਬਲਿਸ਼ ਕਰਨ ਲਈ ਚਾਹੀਦਾ ਜਾਂ ਉਹਨੂੰ ਰਨ ਕਰਨ ਲਈ ਚਾਹੀਦਾ, ਉਹ ਸਾਡੇ ਕੋਲ ਹੁਣ ਹੈਗਾ। ਹਰ ਇੱਕ ਚੀਜ਼ ਸਾਡੇ ਕੋਲ ਹੈਗੀ। ਸਾਡੇ ਕੋਲ ਆਪਣਾ ਨਾਰਾ, ਸਾਡੇ ਕੋਲ ਆਪਣਾ ਨਿਸ਼ਾਨ ਆ, ਸਾਡੇ ਆਪਣੇ ਟੈਂਪਲ ਆ, ਸਾਡੀ ਆਪਣੀ ਰਿਲੀਜੀਅਸ ਬੁੱਕ ਆ, ਔਰ ਸਾਡਾ ਆਪਣਾ ਮੱਕਾ ਜਿਹਨੂੰ ਕਿ ਕਾਂਸ਼ੀ ਬਨਾਰਸ ਕਹਿੰਦੇ। ਔਰ ਹਰ ਚੀਜ਼ ਜਦੋਂ ਹੁਣ ਸਾਡੇ ਕੋਲ ਕੰਪਲੀਟ ਆ, ਔਰ ਸਾਡੇ ਕੋਲ ਇੰਨੀ ਸ਼ਕਤੀ ਵੀ ਹੈਗੀ ਜਾਂ ਇੰਨੀ ਸਾਡੀ ਕੀ ਸੋਚ ਸਮਝ ਵੀ ਹੈਗੀ ਆ ਕਿ ਇਹੀ ਸਾਡਾ ਸਾਰਾ ਕੁਝ ਹੈ। ਹੁਣ ਬਸ ਇੱਕ ਹੰਬਲਾ ਮਾਰਨ ਦੀ ਲੋੜ ਆ ਇਕੱਠੇ ਹੋ ਕੇ, ਹੋਰ ਕੁਝ ਨਹੀਂ। ਇੱਕ ਦਿਲ 'ਚੋਂ ਡਰ ਕੱਢਣ ਦੀ ਲੋੜ ਆ ਕਿ ਲੋਕ ਸਾਨੂੰ, ਜੇ ਅਸੀਂ ਆਪਣੇ ਆਪ ਨੂੰ ਰਵਿਦਾਸੀਏ ਕਹੀਏ, ਜੇ ਅਸੀਂ ਆਪਣੇ ਆਪ ਨੂੰ ਚਮਾਰ ਕਹੀਏ, ਤਾਂ ਲੋਕੀ ਕੀ ਕਹੂਗੇ। ਮੇਰੇ ਖਿਆਲ ਦੇ ਨਾਲ ਉਸ ਗੱਲ ਨੂੰ ਹੁਣ ਇੱਕ ਪਾਸੇ ਕਰ ਦੇਣਾ ਚਾਹੀਦਾ। ਜੇ ਸਾਨੂੰ ਬਣਾਇਆ ਗਿਆ, ਜੇ ਸਾਨੂੰ ਉਹਨਾਂ ਨੇ ਕਿਹਾ ਆ, ਇਹ ਟਾਈਟਲ ਦਿੱਤਾ ਆ, ਤੇ ਇਸ ਟਾਈਟਲ ਨੂੰ ਅਸੀਂ ਐਕਸੈਪਟ ਕੀਤਾ ਔਰ ਅਸੀਂ ਇਸ ਟਾਈਟਲ ਨੂੰ ਬਰਕਰਾਰ ਰੱਖਣਾ। ਹਾਂਜੀ। ਐਂਡ ਪਹਿਲੇ ਅੰਕਲ ਜੀ ਤੁਸੀਂ ਗੱਲ ਕੀਤੀ ਸੀਗੀ ਕਿ ਰਾਈਟਸ ਦੀ, ਜੋ ਸਾਡੇ ਹੱਕ ਆ, ਹੈ ਨਾ, ਕਿ 1950 ਤੱਕ ਜਦੋਂ ਰਿਪਬਲਿਕ ਬਣੀ ਆ, ਉਦੋਂ ਤੱਕ ਸਾਡੇ ਕੋਲ ਕਿੰਨੇ ਕੁ ਰਾਈਟਸ ਸੀਗੇ। ਤੁਸੀਂ ਗੱਲ ਕੀਤੀ ਆ ਕਿ ਉਸ ਟਾਈਮ 'ਤੇ ਸਾਡੇ ਕੋਲ ਕੋਈ ਨਹੀਂ ਰਾਈਟਸ ਸੀਗੇ। ਤਾਂ ਉਹ ਤੋਂ ਬਾਅਦ ਮਿਲਣ ਤੋਂ ਤਾਂ ਹੁਣ ਕੀ ਉੱਥੇ ਹੋ ਰਿਹਾ? ਇਹਦੇ ਬਾਰੇ ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਕਿ ਅਗਰ ਬਰੀਕੀ 'ਚ ਦੇਖਿਆ ਜਾਏ, ਵਰਚੁਅਲੀ ਸਾਡੇ ਕੋਲ ਰਾਈਟ ਕੋਈ ਸੀਗਾ ਹੀ ਨਹੀਂ। ਰਾਈਟ ਟੂ ਪ੍ਰਾਪਰਟੀ ਐਗਰੀਕਲਚਰ ਲੈਂਡ ਅਸੀਂ ਨਾਨ ਐਗਰੀਕਲਚਰਲਿਸਟ ਦੀ ਲਿਸਟ ਵਿੱਚ ਸ਼੍ਰੇਣੀ 'ਚ ਆਉਂਦੇ ਸੀਗੇ। ਇਸ ਕਰਕੇ ਅਸੀਂ ਜ਼ਮੀਨ ਖਰੀਦ ਨਹੀਂ ਸਕਦੇ। ਜਿਸ ਮਕਾਨ 'ਚ ਅਸੀਂ ਰਹਿੰਦੇ ਸੀਗੇ, ਉਹ ਜ਼ਮੀਨ ਸਾਡੀ ਨਹੀਂ ਸੀ ਹੁੰਦੀ। ਕੰਧਾਂ ਕੱਚੀਆਂ ਹੁੰਦੀਆਂ ਸੀਗੀਆਂ, ਉਹ ਹੈਗੀਆਂ ਉੱਪਰਲੇ ਜਿਹੜੀਆਂ ਸ਼ਤੀਰੀ ਵਗੈਰਾ ਮਲਬਾ, ਉਹ ਤੁਸੀਂ ਲਿਜਾ ਸਕਦੇ ਹੋ ਜਿੱਥੇ ਮਰਜ਼ੀ ਚੁੱਕ ਕੇ, ਲੇਕਿਨ ਉਹ ਜ਼ਮੀਨ ਜਾਂ ਦੂਸਰਾ ਉਹਦਾ ਕੋਈ ਰਾਈਟ ਨਹੀਂ ਲੈ ਸਕਦੇ ਸੀਗੇ। ਰਾਈਟ ਟੂ ਐਜੂਕੇਸ਼ਨ, ਸਕੂਲ 'ਚ ਤੁਸੀਂ ਜਾ ਹੀ ਨਹੀਂ ਸਕਦੇ, ਉਹ ਵਰਜਿਤ ਸੀਗਾ। ਅਤੇ ਇਹ 2-3 ਚੀਜ਼ਾਂ ਲਾਜ਼ਮੀ ਹੁੰਦੀਆਂ ਜਿਹਦੇ ਨਾਲ ਆਦਮੀ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਸੂਝ ਆ ਜਾਂਦੀ ਆ, ਜਾਂ ਉਹਦੇ 'ਚ ਥੋੜ੍ਹਾ ਜਿਹਾ ਸਵੈ ਮਾਨਤਾ ਆ ਜਾਂਦੀ ਆ। ਸੋ ਇਹ ਵਰਚੁਅਲੀ ਸਾਡੇ ਕੋਲ ਕੁਛ ਸੀਗਾ ਹੀ ਨਹੀਂ। ਹੁਣ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਉਹ ਉੱਥੇ ਬਨਾਰਸ ਹੁਣ ਮੰਦਰ ਬਣ ਗਿਆ। ਅੱਛਾ, ਉਹ ਇਹ ਨਿਹਾਇਤ ਜ਼ਰੂਰੀ ਹੈ ਕਿ ਮੱਕਾ ਅਰਬ ਦੇ ਵਿੱਚ ਇੱਕ ਆ, ਅਤੇ ਉਹ ਸਾਰੇ ਮੁਸਲਮਾਨ, ਬੇਸ਼ੱਕ ਆਸਟ੍ਰੇਲੀਆ 'ਚ, ਕਨੇਡਾ 'ਚ, ਯੂਰਪ ਦੇ ਕਿਸੇ ਹਿੱਸੇ 'ਚ, ਹਿੰਦੁਸਤਾਨ 'ਚ, ਪਾਕਿਸਤਾਨ 'ਚ, ਕਿਤੇ ਵੀ ਹੈ, ਲੇਕਿਨ ਉਹਦਾ ਧਰਮ ਹੈਗਾ ਕਿ ਇਹ ਸਾਡਾ ਕਾਮਨ ਸਥਾਨ ਹੈਗਾ ਜਿੱਥੇ ਸਾਡਾ ਗੁਰੂ ਪੈਦਾ ਹੋਇਆ ਸੀਗਾ। ਔਰ ਬਾਣੀ ਦੇ ਵਿੱਚ ਵੀ ਆਉਂਦਾ ਕਿ ਜਿੱਥੇ ਬਾਬਾ ਪੈਰ ਧਰੇ, ਉਹ ਜਿਹੜੀ ਜਗ੍ਹਾ ਹੈਗਾ ਪੂਜਾ ਆਸਨ ਸਥਾਪਨ ਹੋਇਆ, ਵੀ ਉਹ ਵਰਸ਼ਿਪਿੰਗ ਲਾਈਕ ਪਲੇਸ ਬਣ ਗਈ ਜਿੱਥੇ ਬਾਬੇ ਨੇ ਪੈਰ ਧਰਿਆ। ਸੋ ਇਸ ਕਰਕੇ ਇਸ ਗੱਲ 'ਤੇ ਆਧਾਰਿਤ ਸਾਡੇ ਬਾਬੇ ਨੇ ਉੱਥੇ ਪੈਰ ਧਰਿਆ ਸੀਗਾ ਬਨਾਰਸ ਦੇ ਵਿੱਚ। ਪ੍ਰਚਾਰ ਉਹਨੇ ਵੀ ਸਾਰੇ ਪਾਸੇ ਕੀਤਾ, ਫਿਰ ਤੁਰ ਕੇ ਵੀ ਕੀਤਾ, ਅਤੇ ਇਸ ਕਰਕੇ ਉਹ ਜਗ੍ਹਾ ਨੂੰ ਆਪਣਾ ਮੱਕਾ ਔਰ ਪੂਜਨਯੋਗ ਜਗ੍ਹਾ ਸਮਝ ਕੇ ਸਾਡਾ ਇਹ ਫਰਜ਼ ਬਣਦਾ ਹੈ ਕਿ ਮਰਨ ਤੋਂ ਪਹਿਲੇ ਇੱਕ ਵਾਰੀ ਤੁਸੀਂ ਜ਼ਰੂਰ ਉੱਥੇ ਮੱਥਾ ਟੇਕ ਕੇ ਆਓ। ਇਹਦੇ ਨਾਲ ਇਹ ਨਹੀਂ ਕਿ ਉਹ ਮੰਦਰ ਨੂੰ ਜਾਂ ਬਨਾਰਸ ਨੂੰ ਕੋਈ ਤਸੱਲੀ ਹੋਏਗੀ, ਇਹਦੇ ਨਾਲ ਇਹ ਕਿ ਸਾਡੇ ਮਨ ਨੂੰ ਇੱਕ ਤਸੱਲੀ ਹੋਏਗੀ ਕਿ ਅਸੀਂ ਆਪਣੇ ਉੱਥੇ ਆਪਣੇ ਮਹਾਂਪੁਰਸ਼ਾਂ ਦੀ ਉਸ ਧਰਤੀ ਨੂੰ ਨਮਸਕਾਰ ਕਰਕੇ ਆਏ ਹੈਗੇ ਹਾਂ। ਸੋ ਇਸ ਕਰਕੇ ਇਹ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈਗਾ, ਔਰ ਇਹ ਯੂਨੀਫਾਈਂਗ ਫੈਕਟਰ ਹੈਗਾ। ਉੱਥੇ ਜਾ ਕੇ ਅਸੀਂ ਆਪਸ 'ਚ ਇਕੱਠੇ ਹੋ ਕੇ ਤੁਰਾਂਗੇ।
ਅੱਛਾ, ਥੈਂਕ ਯੂ ਅੰਕਲ ਜੀ। ਹੁਣ ਸਾਡਾ ਪ੍ਰੋਗਰਾਮ ਇੱਥੇ ਖਤਮ ਹੁੰਦਾ। ਇੱਕ ਮੈਸੇਜ ਹੈ, ਇੱਕ ਮੀਟਿੰਗ ਹੈ ਸ਼੍ਰੀ ਗੁਰੂ ਰਵਿਦਾਸ ਸਭਾ ਸੁਪਰੀਮ ਕਾਉਂਸਲ ਇਟਲੀ ਤੋਂ ਜੋ 10 ਤਰੀਕ ਨੂੰ ਕਰ ਰਹੇ ਆ ਫਰੈਂਡਸ ਡੇ। ਉਹਦੇ ਵਿੱਚ ਜੋ ਏਜੰਡਾ ਹੈ ਉਹ ਰਵਿਦਾਸੀਆ ਕੌਮ, ਅੰਮ੍ਰਿਤ ਬਾਣੀ ਔਰ ਮੀਡੀਆ ਆ। ਐਂਡ ਸਾਰਿਆਂ ਨੂੰ ਜੋ ਜਾਣਾ ਚਾਹੁੰਦਾ ਉੱਥੇ ਦੇ ਜੋ ਪ੍ਰੈਜ਼ੀਡੈਂਟ ਹੈ ਸੁਪਰੀਮ ਕਾਉਂਸਲ ਦੇ, ਉਹਨਾਂ ਨੂੰ ਕੰਟੈਕਟ ਕਰਕੇ ਪੁੱਛ ਸਕਦੇ ਕਿ ਕਿੱਥੇ ਪ੍ਰੋਗਰਾਮ ਹੋਊਗਾ। ਤਾਂ ਉਹ ਤੋਂ ਇਲਾਵਾ ਹੁਣ ਸਾਡੇ ਤੋਂ ਗੁੱਡ ਬਾਏ ਆ। ਜੈ ਗੁਰਦੇਵ, ਧੰਨ ਗੁਰਦੇਵ, ਜੈ ਗੁਰਦੇਵ। ਗੱਲ ਸੁਣ ਲਓ ਮੇਰੇ ਅੱਜ ਭਰਾਵੋ